ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਹੋ ਸੋਹਿਲਾ ਸ਼ਬਦ ਸੁਹਾਵਾ, ਇਹੋ ਸੋਹਿਲਾ ਸ਼ਬਦ ਸੁਹਾਵਾ। ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ। ਇਹੋ ਤਿਨ ਕੈ ਮਨ ਵਸਿਆ, ਜਿਨ ਧੁਰਹੁ ਲਿਖਿਆ ਆਇਆ। ਇਕ ਫਿਰੇ ਕਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ। ਕਹੈ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ। ਇਕ ਫਿਰੇ ਕਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ। ਕਹੈ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਜਿਤਨੇ ਵੀ ਗੁਰੂ ਪਿਆਰੇ ਮਾਈ ਭਾਈ ਸਤ ਸੰਗੀ ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਅਤੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਬੜੇ ਪਿਆਰ ਸਤਿਕਾਰ ਦੇ ਨਾਲ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸਾਨੂੰ ਸੁੰਦਰ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਕਰਤਾਰਥ ਕੀਤਾ ਹੈ, ਉੱਥੇ ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ ਪਾਵਨ ਸ੍ਰੀ ਮੁਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਸਾਨੂੰ ਬਖਸ਼ਿਸ਼ ਕੀਤੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ ਆਪਾਂ ਰੋਜ਼ਾਨਾ ਹੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰਦੇ ਹਾਂ। ਸੋ ਆਓ ਅੱਜ ਦਾ ਜੋ ਪਾਵਨ ਸ੍ਰੀ ਮੁਖ ਵਾਕ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਕੁਝ ਸਮੇਂ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਹੋ ਸੋਹਿਲਾ ਸ਼ਬਦ ਸੁਹਾਵਾ। ਅੱਜ ਦਾ ਇਹ ਪਾਵਨ ਸ੍ਰੀ ਮੁਖ ਵਾਕ ਰਾਮ ਕਲੀ ਰਾਗ ਦੇ ਅੰਦਰ
ਆਨੰਦ ਸਾਹਿਬ ਪਾਵਨ ਪਵਿੱਤਰ ਗੁਰਬਾਣੀ ਵਿੱਚੋਂ ਸਾਨੂੰ ਪ੍ਰਾਪਤ ਹੋਇਆ ਹੈ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਇਹ ਸ੍ਰੀ ਮੁਖ ਵਾਕ ਬਾਣੀ ਉਚਾਰਨ ਹੋਈ। ਜਿਸ ਵੇਲੇ ਇਸ ਪਾਵਨ ਗੁਰਬਾਣੀ ਆਨੰਦ ਸਾਹਿਬ ਦੇ ਵਿੱਚੋਂ, ਪਾਵਨ ਗੁਰਬਾਣੀ ਸਿੱਧ ਗੋਸ਼ਟ ਦੇ ਵਿੱਚੋਂ, ਪਾਵਨ ਗੁਰਬਾਣੀ ਦੱਖਣੀ ਓਅੰਕਾਰ ਦੇ ਵਿੱਚੋਂ ਕਿਤੇ ਹੁਕਮਨਾਮਾ ਆ ਜਾਵੇ ਤਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੇ ਸਮੇਂ ਤੋਂ ਲੈ ਕਰਕੇ ਪੁਰਾਤਨ ਜਿਹੜੀਆਂ ਸੰਪਰਦਾਵਾਂ ਚੱਲੀਆਂ ਆਉਂਦੀਆਂ, ਜੋ ਸੀਨੇ ਪਸੀਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਰਜ਼ਾਦਾ ਨੂੰ ਸੰਭਾਲ ਕੇ ਬੈਠੀਆਂ ਨੇ, ਤਾਂ ਉਹਦੇ ਵਿੱਚ ਲਿਖਤੀ ਰੂਪ ਦੇ ਅੰਦਰ ਨਿਯਮ ਜਿਹੜੇ ਅੰਕਿਤ ਕੀਤੇ ਹੋਏ ਸਾਨੂੰ ਮਿਲਦੇ ਨੇ ਵੀ 5 ਪੌੜੀਆਂ ਪੜ੍ਹ ਕਰਕੇ ਹੁਕਮਨਾਮਾ ਲਿਆ ਜਾਵੇ। ਕਈ ਸਿਆਣੇ ਵਿਦਵਾਨ ਪੁੱਛ ਲੈਂਦੇ ਨੇ ਜੀ ਇਹ 5 ਪੌੜੀਆਂ ਜਿਹੜੀਆਂ ਕਿਉਂ ਪੜ੍ਹੀਆਂ ਗਈਆਂ। ਜੋ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਮੁੱਚੇ ਪੰਥ ਦੇ ਉੱਤੇ ਬਖਸ਼ਿਸ਼ ਕੀਤੀ, ਕਿਰਪਾ ਕੀਤੀ, ਸਤਿਗੁਰੂ ਪਾਤਸ਼ਾਹ ਨੇ ਸਮੁੱਚੀ ਗੁਰਬਾਣੀ ਦੀ ਕਥਾ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ 48 ਸਿੰਘਾਂ ਨੂੰ ਸਰਵਣ ਕਰਵਾਈ ਸੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ। ਗੁਰਬਾਣੀ ਦੇ ਉਹ ਅਰਥ ਜਿਹੜੇ ਸਤਿਗੁਰੂ ਪਾਤਸ਼ਾਹ ਦੀ ਰਸਨਾ ਤੋਂ ਪ੍ਰਗਟ ਹੋਏ, ਗੁਰਬਾਣੀ ਦੀ ਸਮੁੱਚੀ ਜਿਹੜੀ ਮਰਜ਼ਾਦਾ ਫਿਰ ਉਹ ਸਿੰਘਾਂ ਨੇ ਅੱਗੇ ਤੋਂ ਅੱਗੇ ਲਿਖਤੀ ਰੂਪ ਦੇ ਅੰਦਰ ਕਾਪੀਆਂ ਵਿੱਚ ਸੰਭਾਲ ਕੇ ਰੱਖੀ ਤੇ ਅੱਜ ਉਹਨਾਂ ਨੂੰ ਸਟੀਕਾਂ ਦਾ ਵੀ ਅੱਗੇ ਤੋਂ ਅੱਗੇ ਬੇਅੰਤ ਗੁਰਮੁਖਾਂ ਨੇ ਰੂਪ ਦਿੱਤਾ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਮੇਂ ਤੋਂ ਲੈ ਕਰਕੇ ਜਿਹੜੀਆਂ ਇਹ 5 ਪੌੜੀਆਂ ਪੜ੍ਹ ਕਰਕੇ ਹੁਕਮਨਾਮਾ ਲਿਆ ਜਾਂਦਾ ਆਨੰਦ ਸਾਹਿਬ ਦੀ ਬਾਣੀ ਵਿੱਚੋਂ, ਸਿੱਧ ਗੋਸ਼ਟ ਦੀ ਬਾਣੀ ਵਿੱਚੋਂ ਤੇ ਦੱਖਣੀ ਓਅੰਕਾਰ ਦੀ ਬਾਣੀ ਵਿੱਚੋਂ, ਅੱਜ ਦਾ ਇਹ ਪਾਵਨ ਸ੍ਰੀ ਮੁਖ ਵਾਕ ਤੀਸਰੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ। ਨਿਮਾਣਿਆਂ ਦੇ ਮਾਣ ਗੁਰੂ, ਨਿਤਾਣਿਆਂ ਦੇ ਤਾਣ ਗੁਰੂ, ਨਿਓਟਿਆਂ ਦੀ ਓਟ ਗੁਰੂ, ਨਿਗਤਿਆਂ ਦੀ ਗਤ ਗੁਰੂ, ਨਿਪੱਤਿਆਂ ਦੀ ਪਤ ਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ। ਆਨੰਦ ਸਾਹਿਬ ਦੀ ਪਾਵਨ ਪਵਿੱਤਰ ਜਿਹੜੀ 16ਵੀਂ ਇਹ ਪੌੜੀ ਹੈ, ਇੱਥੋਂ ਅੱਜ ਦਾ ਸ੍ਰੀ ਮੁਖ ਵਾਕ ਆਰੰਭ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ, ਇਹੋ ਸੋਹਿਲਾ ਸ਼ਬਦ ਸੁਹਾਵਾ। ਸੋਹਿਲਾ ਦਾ ਅਰਥ ਹੁੰਦਾ ਹੈ ਆਨੰਦ। ਇਹ ਜਿਹੜੀ ਪਾਵਨ ਪਵਿੱਤਰ ਬਾਣੀ ਆਨੰਦ ਸਾਹਿਬ ਹੈ, ਜਿਹੜੀ ਸਿੱਖ ਨੂੰ, ਜੀਵ ਨੂੰ ਵਧੇ ਮੁਕਤੀ ਦਾ ਆਤਮਿਕ ਆਨੰਦ ਦੇਣ ਵਾਲੀ ਹੈ। ਇਸ ਬਾਣੀ ਨੂੰ ਕੋਈ ਇੱਛਾ ਰੱਖ ਕੇ ਪੜ੍ਹੇ ਮੈਂ ਜੀਵਨ ਮੁਕਤ ਹੋ ਜਾਵਾਂ, ਜਿਉਂਦੇ ਨੂੰ ਮੁਕਤੀ ਦੇ ਦਿੰਦੀ ਹੈ। ਕੋਈ ਕਹੇ ਮੈਂ ਵਧੇ ਮੁਕਤ ਹੋਵਾਂ, ਸਰੀਰ ਤੋਂ ਉੱਚਾ ਉੱਠ ਜਾਵਾਂ, ਸਰੀਰ ਦਾ ਚੇਤਾ ਹੀ ਨਾ ਰਹੇ, ਉਹ ਆਨੰਦ ਵੀ ਇਹ ਬਾਣੀ ਦਿੰਦੀ ਹੈ। ਕੇਵਲ ਮੋਕਸ਼ਤਾ ਦੀ ਪ੍ਰਾਪਤੀ ਇਹ ਬਾਣੀ ਦੇਣ ਵਾਲੀ ਹੈ। ਕੋਈ ਆਤਮਿਕ ਆਨੰਦ ਦਾ ਰਸੀਆ ਚਾਹੇ ਮੈਨੂੰ ਆਤਮਾ ਪਰਮੇਸ਼ਰ ਦੀ ਪ੍ਰਾਪਤੀ ਦਾ ਆਨੰਦ ਬਣ ਜਾਵੇ, ਇਹ ਬਾਣੀ ਉਸ ਆਤਮਿਕ ਆਨੰਦ ਨੂੰ ਦੇਣ ਵਾਲੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ, ਇਹੋ ਸੋਹਿਲਾ ਸ਼ਬਦ ਸੁਹਾਵਾ। ਇਹ ਜਿਹੜੀ ਸੋਹਿਲਾ ਆਨੰਦ ਸਾਹਿਬ ਦੀ ਪਾਵਨ ਬਾਣੀ ਹੈ, ਇਹ ਸੁਹਾਵਾ ਬੜੀ ਸੋਭਨੀਕ ਹੈ, ਸੁੰਦਰ ਹੈ, ਬੜੀ ਮਨ ਨੂੰ ਕਸ਼ਿਸ਼ ਪਾਉਣ ਵਾਲੀ ਖਿੱਚ ਦਾ ਕਾਰਨ ਹੈ। ਇਹਦਾ ਕਾਰਨ ਕਿ ਇੰਨੀ ਕਿਉਂ ਸੋਭਨੀਕ ਹੈ ਬਾਣੀ, ਇਹਦੇ ਅੰਦਰ ਗੁਰੂ ਦਾ ਸ਼ਬਦ ਜਿਹੜਾ ਉਪਦੇਸ਼ ਸਮਾਇਆ ਹੋਇਆ ਹੈ। ਜਦੋਂ ਗੁਰੂ ਦਾ ਉਪਦੇਸ਼ ਕੋਈ ਕਮਾਵੇਗਾ, ਸਾਧ ਸੰਗਤ ਗੁਰੂ ਵਾਲਾ ਬਣ ਕੇ ਬਾਣੀ ਪੜ੍ਹੇਗਾ, ਫਿਰ ਉਹਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਹੋਵੇਗੀ। ਇਸ ਲਈ ਇਹ ਪਾਵਨ ਜਿਹੜੀ ਸੋਹਿਲਾ ਆਨੰਦ ਸਾਹਿਬ ਦੀ ਬਾਣੀ ਸੁਹਾਵਾ ਸੋਭਨੀਕ ਹੈ। ਇਸ ਦੇ ਅੰਦਰ ਗੁਰੂ ਦਾ ਸ਼ਬਦ ਉਪਦੇਸ਼ ਜਿਹੜਾ ਮਿਲਿਆ ਹੋਇਆ, ਮਿਸ਼ਰਤ ਹੋਇਆ ਹੈ। ਸ਼ਬਦੋ ਸੁਹਾਵਾ ਸਦਾ ਸੋਹਿਲਾ। ਗੁਰੂ ਸਾਹਿਬ ਦੇ ਪਾਵਨ ਪਵਿੱਤਰ ਸ਼ਬਦ ਉਪਦੇਸ਼ ਦਾ ਇਹਦੇ ਵਿੱਚ ਸਮਾਉਣੇ ਕਰਕੇ
ਇਹ ਜਿਹੜੀ ਬਾਣੀ ਹੈ ਸਦਾ ਸੋਹਿਲਾ, ਹਮੇਸ਼ਾ ਵਾਸਤੇ ਰਹਿਣ ਵਾਲਾ ਜਿਹੜਾ ਸਦੀਵ ਆਨੰਦ ਹੈ, ਉਹ ਆਤਮਿਕ ਆਨੰਦ ਦੀ ਦਾਤੀ ਹੈ। ਜੇ ਕਿਸੇ ਨੇ ਆਨੰਦ ਲੈਣਾ ਹੈ ਤੇ ਇਸ ਪਾਵਨ ਪਵਿੱਤਰ ਗੁਰਬਾਣੀ ਦਾ ਜਾਪ ਕਰੇ। ਸਾਧ ਸੰਗਤ ਜੀ, ਇਹ ਬਾਣੀ ਆਨੰਦ ਦੇਣ ਵਾਲੀ ਹੈ। ਜਿਵੇਂ 5 ਬਾਣੀਆਂ ਜਪਜੀ ਸਾਹਿਬ ਬ੍ਰਹਮ ਗਿਆਨ ਦੀ ਦਾਤੀ ਹੈ। ਜਾਪ ਸਾਹਿਬ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਨੂੰ ਨਮਸਕਾਰਾਂ ਹਨ। ਪਰਮਾਤਮਾ ਦੇ ਅਨੇਕਾਂ ਨਾਵਾਂ ਦਾ ਜ਼ਿਕਰ ਹੈ, ਸਰੂਪ ਦਾ ਜ਼ਿਕਰ ਹੈ। ਤੇ ਤੋ ਪ੍ਰਸਾਦ ਸਵਈਆਂ ਦੇ ਅੰਦਰ ਸਾਧ ਸੰਗਤ ਜੀ ਵੈਰਾਗ ਭਰਿਆ ਹੋਇਆ, ਉਹ ਵੈਰਾਗੀ ਬਣਾ ਦਿੰਦੇ ਨੇ। ਚੌਪਈ ਸਾਹਿਬ ਦੀ ਬਾਣੀ ਰੱਖਿਆ ਵਾਸਤੇ ਹੈ ਤੇ ਆਨੰਦ ਸਾਹਿਬ ਦੀ ਬਾਣੀ ਜੀਵਨ ਮੁਕਤੀ ਦਾ ਆਨੰਦ ਮਾਣਨ ਵਾਸਤੇ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ, ਸ਼ਬਦੋ ਸੁਹਾਵਾ ਸਦਾ ਸੋਹਿਲਾ। ਇਸ ਬਾਣੀ ਦੇ ਅੰਦਰ ਗੁਰੂ ਦਾ ਸ਼ਬਦ ਉਪਦੇਸ਼ ਸਮਾਉਣ ਕਰਕੇ ਇਹ ਬਾਣੀ ਸਦੀਵ ਕਾਲ ਰਹਿਣ ਵਾਲਾ ਸੋਹਿਲਾ ਜਿਹੜਾ ਆਤਮਕ ਆਨੰਦ ਦੇਣ ਵਾਲੀ ਹੈ। ਸਤਿਗੁਰੂ ਸੁਣਾਇਆ, ਜਿਹੜਾ ਗੁਰੂ ਦਾ ਉਪਦੇਸ਼ ਇਹ ਬਾਣੀ ਦੇ ਅੰਦਰ ਸਮਾਇਆ ਹੋਇਆ, ਇਹ ਸਤ ਨਾਸ ਤੋਂ ਰਹਿਤ ਗੁਰ ਚੇਤਨ ਸਰੂਪ ਧੰਨ ਗੁਰੂ ਨਾਨਕ ਦੇਵ ਸਾਹਿਬ ਪੂਰਨ ਗੁਰੂ ਨੇ ਸਿੱਖ ਨੂੰ ਸੁਣਾਇਆ ਹੈ। ਸਾਡੇ ਸਤਿਗੁਰੂ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਕਿਰਪਾ ਕਰਕੇ ਇਹ ਉਪਦੇਸ਼ ਜਿਹੜਾ ਹੈ ਸਾਨੂੰ ਸੁਣਾਉਣਾ ਕੀਤਾ, ਜੋ ਬਾਣੀ ਦੇ ਵਿੱਚ ਮਿਲਿਆ ਹੋਇਆ। ਇਹੋ ਤਿਨ ਕੈ ਮਨ ਵਸਿਆ। ਇਹ ਐਸਾ ਗੁਰੂ ਦਾ ਉਪਦੇਸ਼ ਜਿਹੜਾ ਹੈ, ਉਹਨਾਂ ਗੁਰੂ ਪਿਆਰਿਆਂ ਦੇ ਮਨ ਦਾ ਅਰਥ ਹੈ ਹਿਰਦਾ। ਹਿਰਦੇ ਦੇ ਅੰਦਰ ਆ ਕੇ ਗੁਰੂ ਦਾ ਉਪਦੇਸ਼ ਵਸਦਾ। ਕਿੰਨਾ ਦੇ ਵਸੇਗਾ? ਜਿਨ ਧੁਰੋਂ ਲਿਖਿਆ ਆਇਆ। ਜਿਨ੍ਹਾਂ ਦੇ ਧੁਰੋਂ ਨਿਸ਼ਕਾਮ ਕਰਮਾਂ ਦੇ ਪ੍ਰੇਰਿਤ ਹੋ ਕਰਕੇ ਪਰਮਾਤਮਾ ਨੇ ਮਸਤਕ ਦੇ ਵਿੱਚ ਲਿਖ ਦਿੱਤਾ ਹੈ। ਜਿਨ੍ਹਾਂ ਦੇ ਇਹ ਦਾਤਾਂ ਗੁਰੂ ਦਾ ਉਪਦੇਸ਼ ਮਿਲਣ ਦੀਆਂ ਮੱਥੇ ਵਿੱਚ ਲਿਖੀਆਂ ਧੁਰੋਂ ਪਰਮਾਤਮਾ ਨੇ ਲਿਖ ਦਿੱਤੀਆਂ, ਉਹ ਗੁਰਮੁਖ ਪਿਆਰਿਆਂ ਨੂੰ ਗੁਰੂ ਦਾ ਉਪਦੇਸ਼ ਆ ਕੇ ਪ੍ਰਾਪਤ ਹੁੰਦਾ ਹੈ। ਨਿਸ਼ਕਾਮ ਕਰਮਾਂ ਦੇ ਕਰਕੇ, ਭਗਤੀ ਦੇ ਪ੍ਰਤਾਪ ਕਰਕੇ ਮੱਥੇ ਤੇ ਜਿਹੜੀ ਲਿਖਤ ਹੈ, ਸਾਧ ਸੰਗਤ ਜੀ ਜਦੋਂ ਪ੍ਰਗਟ ਹੋ ਜਾਂਦੀ, ਫਿਰ ਉਹਨਾਂ ਗੁਰਮੁਖਾਂ ਨੂੰ ਇਹ ਪ੍ਰਾਪਤੀ ਹੁੰਦੀ ਹੈ। ਇੱਕ ਫਿਰੇ ਕਨੇਰੇ ਕਰਹਿ ਗੱਲਾਂ। ਇੱਕ ਦੁਨੀਆ ਦੇ ਅੰਦਰ ਕਨੇਰੇ ਦਾ ਅਰਥ ਬਹੁਤਾਤ ਗਿਣਤੀ ਦੇ ਵਿੱਚ, ਸਮੁਦਾਇ ਦੇ ਸਮੁਦਾਇ, ਟੋਲਿਆਂ ਦੇ ਟੋਲੇ, ਕਾਫਲਿਆਂ ਦੇ ਕਾਫਲੇ ਦੁਨੀਆ ਵਿੱਚ ਫਿਰਦੇ ਨੇ। ਉਹ ਕੀ ਕਰਦੇ ਨੇ? ਦੁਨੀਆ ਵਿੱਚ ਕਰਹਿ ਗੱਲਾਂ, ਗੱਲਾਂ ਹੀ ਕਰਦੇ ਨੇ। ਜੀ ਮੈਨੂੰ ਇਸ ਤਰ੍ਹਾਂ ਆਨੰਦ ਬਣ ਗਿਆ, ਮੈਨੂੰ ਬੜਾ ਆਨੰਦ ਹੈ। ਬੜੇ ਲੋਕ ਆ ਕੇ ਮਿਲਦੇ, ਕਹਿੰਦੇ ਜੀ ਬੜਾ ਆਨੰਦ ਹੈ, ਬੱਚੇ ਸੈੱਟ ਹੋ ਗਏ, ਕਾਰੋਬਾਰ ਬੜਾ ਸੋਹਣਾ ਹੈ ਤੇ ਬੜਾ ਆਨੰਦ ਆ ਜ਼ਿੰਦਗੀ ਦਾ। ਇਹ ਆਨੰਦ ਨਹੀਂ ਅਸਲ ਦੇ ਅੰਦਰ। ਕੋਈ ਖਾ ਕੇ ਕਹਿ ਦਿੰਦਾ ਆਨੰਦ ਹੈ, ਕੋਈ ਪਦਾਰਥ ਪੀ ਕੇ ਕਹਿ ਦਿੰਦਾ ਆਨੰਦ ਹੈ। ਇਹ ਤਾਂ ਆਨੰਦ ਖਿਣ ਵਿੱਚ ਹੀ ਟੁੱਟ ਜਾਣ ਵਾਲੇ ਨੇ। ਅਸਲੀ ਆਨੰਦ ਤੇ ਆਤਮਿਕ ਆਨੰਦ ਦੀ ਪ੍ਰਾਪਤੀ ਦਾ ਆਨੰਦ ਹੈ। ਦੁਨੀਆ ਵਿੱਚ ਬਹੁਤ ਸਾਰੇ ਲੋਕ ਜਥਿਆਂ ਦੇ ਜਥੇ, ਕਾਫਲਿਆਂ ਦੇ ਕਾਫਲੇ ਫਿਰਦੇ ਨੇ, ਕਰਹਿ ਗੱਲਾਂ, ਆਨੰਦ ਦੀਆਂ ਕੇਵਲ ਗੱਲਾਂ ਹੀ ਕਰਦੇ ਨੇ। ਆਓ ਤੁਹਾਨੂੰ ਆਨੰਦ ਬਣਾ ਦਈਏ, ਤੁਹਾਨੂੰ ਆਨੰਦ ਦਾ ਸਾਧਨ ਦੱਸੀਏ, ਕਿਵੇਂ ਆਨੰਦ ਪ੍ਰਾਪਤ ਹੁੰਦਾ ਹੈ। ਪੱਲੇ ਵਿੱਚ ਚਾਹੇ ਕੱਖ ਨਾ ਹੋਵੇ, ਸਾਧ ਸੰਗਤ ਜਿਹੜਾ ਬਹੁਤੀਆਂ ਕੋਈ ਗੱਲਾਂ ਵਾਲਾ ਮਨੁੱਖ ਵਿਅਕਤੀ ਅੰਦਰੋਂ ਖਾਲੀ ਹੁੰਦਾ ਹੈ। ਤੇ ਜਿਹੜੇ ਭਰੇ ਹੋਏ ਘੜੇ ਹੁੰਦੇ, ਉਹਨਾਂ ਤੇ ਠੋਲੇ ਮਾਰੀ ਜਾਓ, ਸੱਟ ਚੋਟ ਲਾਓ, ਕਦੇ ਨਹੀਂ ਉਹ ਖੜਕਦੇ, ਬੋਲਦੇ ਨਹੀਂ ਹਨ। ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਜੀਵਨ ਮੁਕਤੀ ਦੇ ਆਨੰਦ ਨਾਲ, ਆਤਮਿਕ ਆਨੰਦ ਨਾਲ, ਗੁਰੂ ਦੇ ਉਪਦੇਸ਼ ਦੀ ਕਮਾਈ ਕਰ ਕਰਕੇ ਜਪ ਤਪ ਦੇ ਨਾਲ ਭਰ ਗਏ ਨੇ, ਉਹ ਦੁਨੀਆ ਵਿੱਚ ਬਹੁਤੀਆਂ ਗੱਲਾਂ ਨਹੀਂ ਕਰਦੇ। ਉਹ ਫਿਰ ਆਨੰਦ ਹੀ ਮਾਣਦੇ ਨੇ। ਕਹਿੰਦੇ ਸਾਰਾ ਜਿੰਨਾ ਵੀ ਸੰਸਾਰ ਪਰਮੇਸ਼ਰ ਵਾਹਿਗੁਰੂ ਦਾ ਸਾਜਿਆ ਹੋਇਆ, ਕੋਈ ਹੱਸਦਾ ਕੋਈ ਰੋਂਦਾ ਹੈ। ਕਲਗੀਧਰ ਪਿਤਾ ਜੀ ਦੇ ਬਚਨਾਂ ਨੂੰ ਯਾਦ ਕਰਦੇ ਨੇ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਤਮਾਸ਼ੇ ਨੂੰ ਵੇਖਦਾ ਮਨੁੱਖ ਅੰਦਰ ਪ੍ਰਸੰਨ ਹੋ ਜਾਂਦਾ। ਦੁਨੀਆ ਦਾ ਵੀ ਤਮਾਸ਼ਾ ਹੈ। ਜਿਹੜੇ ਲੋਕ ਬਹੁਤ ਸਾਰੀਆਂ ਗੱਲਾਂ ਕਰਦੇ ਨੇ, ਕਾਫਲਿਆਂ ਦੇ ਕਾਫਲੇ ਤੁਰੇ ਫਿਰਦੇ ਹਨ, ਗੱਲੀ ਕਿਨੈ ਨਾ ਪਾਇਆ। ਉਹ ਕਹਿ ਦਿੰਦੇ ਨੇ ਸਾਨੂੰ ਬੜਾ ਆਨੰਦ ਬਣਿਆ, ਤੁਹਾਡਾ ਵੀ ਆਨੰਦ ਬਣਾਵਾਂਗੇ, ਤੁਹਾਨੂੰ ਦੱਸਾਂਗੇ ਆਨੰਦ ਕਿਵੇਂ ਮਾਣੀ ਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਕੇਵਲ ਉਹਨਾਂ ਕੋਲ ਗੱਲਾਂ ਨੇ।
ਲੋਕਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਪ੍ਰਚਾਰ ਕਰਕੇ ਮੇਰਾ ਕਾਫਲਾ ਬਣ ਜਾਵੇ, ਮੇਰੇ ਜਥੇ ਵਿੱਚ ਲੋਕ ਵੱਧ ਜਾਣ, ਤੇ ਇਸ ਲਈ ਧੜੇ ਬੰਦੀਆਂ ਵਿੱਚ ਪਏ ਹੋਏ ਨੇ। ਐਸੀਆਂ ਜਿਹੜੀਆਂ ਗੱਲਾਂ ਬਾਤਾਂ ਵਾਲਾ ਬੰਦਾ ਹੈ, ਗੱਲਾਂ ਨਾਲ ਕਿਸੇ ਨੇ ਆਤਮਕ ਆਨੰਦ ਨਹੀਂ ਪਾਇਆ। ਗੱਲਾਂ ਦੇ ਸਦਕਾ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਪ੍ਰਾਪਤੀ ਹੈ ਕਿਸੇ ਨੇ ਨਹੀਂ ਕੀਤੀ ਹੈ। ਕਹੈ ਨਾਨਕ ਸ਼ਬਦ ਸੋਹਿਲਾ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਨੇ ਕਿ ਐਸਾ ਜਿਹੜਾ ਸੋਹਲਾ ਸਦੀਵ ਕਾਲ ਆਨੰਦ ਦੇਣ ਵਾਲਾ ਗੁਰੂ ਦਾ ਸ਼ਬਦ ਉਪਦੇਸ਼ ਹੈ। ਸਤਿਗੁਰੂ ਸੁਣਾਇਆ। ਇਹ ਤਾਂ ਭਾਈ ਸਾਨੂੰ ਪੂਰੇ ਸਤਿਗੁਰਾਂ ਨੇ ਸੁਣਾਉਣਾ ਕੀਤਾ। ਗੁਰੂ ਤੋਂ ਬਿਨਾ ਉਪਦੇਸ਼ ਨਹੀਂ ਮਿਲਦਾ, ਉਪਦੇਸ਼ ਦੀ ਕਮਾਈ ਕੀਤੀ ਤੋਂ ਬਿਨਾ ਆਨੰਦ ਨਹੀਂ ਬਣਦਾ ਹੈ। ਪਵਿੱਤ ਹੋਏ ਸੇ ਜਨਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਅਗਲੀ ਪੌੜੀ ਦੇ ਅੰਦਰ ਬਖਸ਼ਿਸ਼ ਕਰਦੇ ਨੇ, ਪਵਿੱਤ ਹੋਏ ਸੇ ਜਨਾ। ਉਹ ਜਿਹੜੇ ਜਨਾ ਪਿਆਰੇ ਗੁਰੂ ਦੇ ਸੇਵਕ ਗੁਰਮੁਖ, ਉਹ ਪਵਿੱਤਰ ਹੋ ਗਏ ਨੇ, ਅੰਦਰੋਂ ਵੀ ਪਵਿੱਤਰ ਹੋ ਗਏ ਨੇ ਤੇ ਮਨ ਕਰਕੇ ਤੇ ਬਾਹਰੋਂ ਤਨ ਕਰਕੇ ਵੀ ਪਵਿੱਤਰ ਹਨ। ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਜੀਵਨ ਬੜਾ ਹੀ ਨਿਰਮਲ ਹੈ। ਜਿਨੀ ਹਰ ਧਿਆਇਆ। ਜਿਨ੍ਹਾਂ ਨੇ ਹਰੀ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕੀਤਾ, ਕਿਉਂਕਿ ਪਰਮਾਤਮਾ ਦਾ ਨਾਮ ਜਨਮਾਂ ਜਨਮਾਂਤਰਾਂ ਦੀਆਂ ਪਾਪਾਂ ਦੀਆਂ ਮੈਲਾਂ ਕੱਟਣ ਵਾਲਾ, ਵਿਕਾਰਾਂ ਦੀ ਮੈਲ ਉਹ ਕੱਟ ਦਿੰਦਾ। ਕਿਹੜੀ ਮੈਲ ਹੈ ਜਿਹੜੀ ਪਰਮਾਤਮਾ ਦਾ ਸਿਮਰਨ ਕਰਕੇ ਕੱਟੀ ਨਹੀਂ ਜਾਂਦੀ? ਉਹ ਗੁਰੂ ਦੇ ਪਿਆਰੇ ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਜੀ ਦੇ ਹਰੀ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਧਿਆਕਾਰ ਬਿਰਤੀ ਦੇ ਦੁਆਰਾ, ਉਹ ਐਸੇ ਗੁਰੂ ਦੇ ਪਿਆਰੇ ਪਵਿੱਤਰ ਜੀਵਨਾਂ ਦੇ ਮਾਲਕ ਬਣ ਗਏ। ਹਰ ਧਿਆਇਆ ਪਵਿੱਤ ਹੋਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫੇਰ ਗੁਰਸਿੱਖੋ ਤੁਹਾਨੂੰ ਕਹਿੰਦੇ ਹਾਂ, ਇਹਨੂੰ ਸਾਧ ਸੰਗਤ ਜੀ ਵਿਦਵਾਨ ਬੀਪਸਾ ਅਲੰਕਾਰ ਵੀ ਕਹਿੰਦੇ ਨੇ। ਇੱਕ ਗੱਲ ਨੂੰ ਦੁਬਾਰੇ ਦੁਹਰਾਉਣਾ, ਸਤਿਗੁਰੂ ਪਾਤਸ਼ਾਹ ਨੇ ਬੀਪਸਾ ਅਲੰਕਾਰ ਵੀ ਇਸ ਬਾਣੀ ਵਿੱਚ ਵਰਤਿਆ ਹੈ। ਹਰ ਧਿਆਇਆ ਪਵਿੱਤ ਹੋਏ। ਸਤਿਗੁਰੂ ਗਰੀਬ ਨਵਾਜ਼ ਸਾਨੂੰ ਸਿੱਖਿਆ ਦਿੰਦੇ, ਜਿਨ੍ਹਾਂ ਨੇ ਹਰੀ ਪਰਮਾਤਮਾ ਨੂੰ ਧਿਆਉਣਾ ਕੀਤਾ ਉਹ ਮਨ ਕਰਕੇ ਤਨ ਕਰਕੇ ਪਵਿੱਤਰ ਨਿਰਮਲ ਹੋ ਗਏ। ਗੁਰਮੁਖ ਜਿਨੀ ਧਿਆਇਆ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਰੀ ਦੁਨੀਆ ਹੀ ਜਿਹੜੀ ਧਿਆਉਂਦੀ ਹੈ ਪਰਮਾਤਮਾ ਨੂੰ, ਮੁਸਲਮਾਨ ਵੀਰ ਅੱਲਾ ਅੱਲਾ ਕਰਕੇ ਖੁਦਾ ਖੁਦਾ ਕਰਕੇ ਪਰਮਾਤਮਾ ਨੂੰ ਯਾਦ ਕਰਦੇ ਨੇ, ਹਿੰਦੂ ਵੀਰ ਰਾਮ ਰਾਮ ਕਰਕੇ ਸਿੱਖ ਵਾਹਿਗੁਰੂ ਦਾ ਨਾਮ ਜਪਦੇ ਨੇ। ਸਾਰੀ ਦੁਨੀਆ ਬੱਚੇ ਵੀ ਧਿਆਉਂਦੇ ਤੇ ਬੁੱਢੇ ਵੀ ਯਾਦ ਕਰੀ ਜਾਂਦੇ ਨੇ, ਪਰੰਤੂ ਮਹਾਰਾਜ ਉਹਨਾਂ ਦੇ ਜੀਵਨ ਪਵਿੱਤਰ ਕਿਉਂ ਨਹੀਂ ਲੋਕਾਂ ਦੇ ਹੁੰਦੇ? ਸਤਿਗੁਰੂ ਕਹਿੰਦੇ ਗੁਰਮੁਖ ਜਿਨੀ ਧਿਆਇਆ। ਭਾਈ ਜੀਵਨ ਉਹਨਾਂ ਦੇ ਪਵਿੱਤਰ ਹੋਣੇ ਜਿਹੜੇ ਮੁਖੀ ਗੁਰਾਂ ਦੀ ਸਿੱਖਿਆ ਤੇ ਚੱਲ ਕੇ ਪਹਿਲਾਂ ਗੁਰਮੁਖ ਬਣਦੇ ਨੇ, ਗੁਰੂ ਦੇ ਉਪਦੇਸ਼ ਨੂੰ ਕਮਾ ਕਰਕੇ ਫਿਰ ਪਰਮੇਸ਼ਰ ਵਾਹਿਗੁਰੂ ਦਾ ਚਿੰਤਨ ਕਰਦੇ ਨੇ। ਗੁਰ ਸਤਿਗੁਰ ਕਾ ਜੋ ਸੇਖਾ ਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੇ। ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਦੇ ਨੇ, ਫਿਰ ਸਾਧ ਸੰਗਤ ਗੁਰੂ ਦੀ ਸਿੱਖਿਆ ਤੇ ਚੱਲ ਕੇ ਜਦੋਂ ਨਾਮ ਧਿਆਉਂਦੇ, ਉਹਨਾਂ ਦਾ ਮਨ ਵੀ ਪਵਿੱਤਰ ਤੇ ਉਹਨਾਂ ਦਾ ਤਨ ਵੀ ਪਵਿੱਤਰ, ਉਹਨਾਂ ਦੀ ਕਿਰਿਆ ਉਹਨਾਂ ਦਾ ਕਰਮ ਸਾਰੇ ਪਵਿੱਤਰ ਬਣ ਜਾਂਦੇ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ। ਸਤਿਗੁਰੂ ਪਾਤਸ਼ਾਹ ਕਹਿੰਦੇ ਦੇਖੋ ਗੁਰਮੁਖ ਬਣ ਕਰਕੇ ਗੁਰੂ ਦਾ ਉਪਦੇਸ਼ ਕਮਾਉਣ ਦਾ ਲਾਭ ਕੀ ਹੋਵੇਗਾ। ਜਿਹੜਾ ਗੁਰਮੁਖ ਬਣ ਗਿਆ, ਗੁਰੂ ਦਾ ਉਪਦੇਸ਼ ਕਮਾਉਣਾ ਸ਼ੁਰੂ ਕਰ ਦਿੱਤਾ, ਉਹਦੀ ਜਿਹੜੀ ਜਨਮਦਾਤੀ ਮਾਤਾ ਹੈ ਜਿਹਨੇ ਕੁੱਖ ਵਿੱਚੋਂ ਜਨਮ ਦਿੱਤਾ, ਉਹ ਵੀ ਪਵਿੱਤਰ ਬਣ ਜਾਵੇਗੀ। ਉਹਦਾ ਜਿਹੜਾ ਪਿਤਾ ਪਰਵਰਿਸ਼ ਪਾਲਣਾ ਕਰਨ ਵਾਲਾ, ਉਹ ਵੀ ਪਵਿੱਤਰ ਹੋ ਜਾਣਾ। ਕੁਟੰਬ ਹੁੰਦਾ ਇਸਤਰੀ ਤੋਂ ਵਧਿਆ ਹੋਇਆ ਅੱਗੇ ਜਿਹੜਾ ਪਰਿਵਾਰ ਹੈ। ਇਸਤਰੀ ਤੋਂ ਪੁੱਤਰ ਧੀਆਂ ਨੇ, ਅੱਗੇ ਪੋਤਰੇ ਦੋਤਰੇ ਹਨ, ਅੱਗੇ ਤੋਂ ਅੱਗੇ ਜਿੰਨੀਆਂ ਰਿਸ਼ਤੇਦਾਰੀਆਂ ਬਣਦੀਆਂ ਇਹਨੂੰ ਕੁਟੰਬ ਕਹਿੰਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਸਾਰੇ ਕੁਟੰਬ ਪਰਿਵਾਰ ਦੇ ਸਹਿਤ ਤੇ ਇਸ ਲਈ ਪਵਿੱਤਰ ਹੋ ਜਾਂਦਾ ਹੈ। ਸਿਉਂ ਦਾ ਅਰਥ ਹੈ ਬਾਕੀ ਹੋਰ ਜਿੰਨੀਆਂ ਰਿਸ਼ਤੇਦਾਰੀਆਂ, ਜਿਵੇਂ ਨਾਨਕੇ ਦਾਦਕੇ ਸਹੁਰਿਆਂ ਦੀਆਂ ਕੁਲਾਂ, ਇਹ ਸਾਰੀਆਂ ਇਹਦੇ ਵਿੱਚ ਆ ਜਾਂਦੀਆਂ ਨੇ। ਇਹ ਤਾਂ ਬਾਹਜ ਅਰਥ ਹੈ। ਦੂਜਾ ਅਰਥ ਸਤਿਗੁਰੂ ਕਹਿੰਦੇ ਨਾਮ ਜਪਣ ਵਾਲੇ ਗੁਰਮੁਖ ਪਿਆਰੇ ਦੀ ਪਵਿੱਤ ਮਾਤਾ। ਮਾਤਾ ਕਿਹੜੀ ਹੈ? ਖਿਮਾ ਰੂਪੀ ਮਾਤਾ ਹੈ, ਤੇ ਇਸ ਲਈ ਉਹ ਵੀ ਪਵਿੱਤਰ ਹੋ ਜਾਂਦੀ ਹੈ। ਸਾਧ ਸੰਗਤ ਜੀ, ਦੂਸਰਾ ਸੰਤੋਖ ਰੂਪੀ ਉਹਦਾ ਪਿਤਾ ਹੈ, ਉਹ ਵੀ ਪਵਿੱਤਰ ਹੈ। ਕੁਟੰਬ ਜਿਹੜੀ ਇਸਤਰੀ ਹੈ, ਸ਼ਾਂਤੀ ਰੂਪੀ ਇਸਤਰੀ ਹੈ,
ਉਹਦੇ ਵਿੱਚੋਂ ਫਿਰ ਅੱਗੇ ਵਧਿਆ ਹੋਇਆ ਪਰਿਵਾਰ ਜਿਹੜਾ ਸੁਭ ਗੁਣ ਦੈਵੀ ਗੁਣਾਂ ਦਾ ਪਰਿਵਾਰ, ਇਹ ਸਾਰਾ ਹੀ ਪਵਿੱਤਰ ਹੋ ਜਾਂਦਾ। ਬਾਕੀ ਫਿਰ ਸਿਉਂ ਦਾ ਅਰਥ ਜਿੰਨੀ ਵੀ ਸਾਧ ਸੰਗਤ ਜੀ ਉਹਦੇ ਨਾਲ ਕੋਈ ਜਗਿਆਸੂ ਹਨ, ਉਹਦੇ ਨਾਲ ਜੁੜਨ ਵਾਲੇ ਪ੍ਰੇਮੀ ਨੇ, ਉਹ ਸਾਰੇ ਪਵਿੱਤਰ ਬਣ ਜਾਂਦੇ ਹਨ। ਪਵਿੱਤ ਸੰਗਤ ਸਬਾਈਆ, ਪਵਿੱਤਰ ਹੋ ਜਾਂਦੀ ਹੈ। ਸਵਾਈਆ ਦਾ ਅਰਥ ਸਾਰੀ ਦੀ ਸਾਰੀ ਸੰਗਤ ਜਿਹੜੇ ਉਹਦੇ ਨਾਲ ਜੁੜਦੇ ਨੇ, ਗੁਰਮੁਖ ਦੇ ਕੋਲ ਬੈਠ ਕੇ ਗੁਰੂ ਦੀ ਬਾਣੀ ਪੜ੍ਹਦੇ ਨੇ, ਗੁਰੂ ਦੀ ਬਾਣੀ ਸੁਣਦੇ ਨੇ, ਗੁਰਮੁਖਾਂ ਨਾਲ ਬੈਠ ਕੇ ਜਿਹੜੇ ਸਿਮਰਨ ਕਰਦੇ ਨੇ, ਉਹ ਸਾਰੀ ਦੀ ਸਾਰੀ ਸੰਗਤ ਕਰਨ ਵਾਲੇ ਜਗਿਆਸੂ ਨਿਰਮਲ ਜੀਵਨਾਂ ਦੇ ਮਾਲਕ ਬਣ ਜਾਂਦੇ ਹਨ। ਕਹਦੇ ਪਵਿੱਤ ਸੁਣਦੇ ਪਵਿੱਤ, ਪਰਮੇਸ਼ਰ ਦਾ ਜਿਹੜਾ ਨਾਮ ਏਡਾ ਕੋ ਮਹਾਤਮ ਵਾਲਾ ਹੈ, ਜਿਨ੍ਹਾਂ ਨੇ ਸਾਧ ਸੰਗਤ ਕਹਦੇ ਬੋਲ ਕਰਕੇ ਜਪਣਾ ਕੀਤਾ ਪਰਮਾਤਮਾ ਦਾ ਨਾਮ, ਜਿਹੜੇ ਕਹਿੰਦੇ ਨੇ ਜ਼ਬਾਨ ਤੋਂ ਬੋਲ ਕੇ, ਤੇ ਕਹਿਣ ਵਾਲੇ ਵੀ ਪਵਿੱਤਰ ਬਣ ਜਾਂਦੇ। ਜਿਨ੍ਹਾਂ ਤੋਂ ਕਿਹਾ ਨਹੀਂ ਜਾਂਦਾ, ਕੋਈ ਅਨਪੜ੍ਹ ਹਨ, ਉਹ ਸੁਣਦੇ, ਦੂਸਰੇ ਤੋਂ ਸੁਣਦੇ ਨੇ ਬੈਠ ਕੇ ਸੰਗਤ ਵਿੱਚ, ਤੇ ਸੁਣਨ ਵਾਲੇ ਵੀ ਉਹਨਾਂ ਦਾ ਜੀਵਨ ਪਵਿੱਤਰ ਬਣ ਜਾਂਦਾ, ਨਿਰਮਲ ਹੋ ਜਾਂਦਾ। ਸੇ ਪਵਿੱਤ ਜਿਨੀ ਮਨ ਵਸਾਇਆ, ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਮਨ ਦਾ ਅਰਥ ਮੰਨਣ ਕਰਕੇ ਮਨ ਆਪਣੇ ਹਿਰਦੇ ਵਿੱਚ ਵਸਾ ਲਿਆ, ਤੇ ਉਹ ਫਿਰ ਐਸੇ ਪਵਿੱਤਰ ਜੀਵਨਾਂ ਦੇ ਮਾਲਕ ਬਣ ਗਏ ਹਨ। ਕਹੈ ਨਾਨਕ ਸੇ ਪਵਿੱਤ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਉਚਾਰਨ ਕਰਦੇ ਹਨ ਕਿ ਐਸੇ ਗੁਰੂ ਦੇ ਪਿਆਰੇ ਉਹ ਪਵਿੱਤਰ ਜੀਵਨਾਂ ਦੇ ਮਾਲਕ ਨੇ, ਨਿਰਮਲ ਉਜਲਾ ਉਹਨਾਂ ਦਾ ਜੀਵਨ ਬਣ ਜਾਂਦਾ। ਜਿਨੀ ਗੁਰਮੁਖ ਹਰ ਹਰ ਧਿਆਇਆ, ਜਿਨ੍ਹਾਂ ਨੇ ਮੁਖੀ ਗੁਰਾਂ ਦੇ ਗੁਰਮੁਖ ਸਿੱਖ ਬਣ ਕੇ ਗੁਰੂ ਦੀ ਦਰਸਾਈ ਚਾਲੀ ਤੇ ਚੱਲ ਕਰਕੇ ਹਰ ਇੱਕ ਜੀਵਾਂ ਦੇ ਪਾਪਾਂ ਨੂੰ ਹਰਿਆਂ ਪਰਮਾਤਮਾ ਕਰਨ ਵਾਲਾ ਜੀਵਾਂ ਨੂੰ, ਪਾਪਾਂ ਦਾ ਜਿਹੜਾ ਹਾਰਕ ਹੈ, ਹਰ ਹਾਰਾਂਤੀ ਪਾਪਾਨੀ ਦੁਸ਼ਟ ਚਿੱਤ ਆਪੀ ਸਿਮਰਤਾ, ਖੋਟੇ ਮਨ ਦੇ ਨਾਲ ਵੀ ਕੋਈ ਯਾਦ ਕਰ ਲਵੇ, ਭੈੜੇ ਸ਼ਬਦਾਂ ਨਾਲ ਵੀ ਪਰਮਾਤਮਾ ਨੂੰ ਯਾਦ ਕਰੇ, ਉਹਦੇ ਵੀ ਪਾਪ ਕੱਟ ਦਿੰਦਾ। ਐਸਾ ਜਿਹੜਾ ਉਹ ਹਰੀ ਪਰਮਾਤਮਾ ਹਰ ਇੱਕ ਜੀਵ ਨੂੰ ਹਰਿਆਂ ਕਰਨ ਵਾਲਾ, ਉਹਦੇ ਨਾਮ ਨੂੰ ਜਿਹੜੇ ਧਿਆਉਂਦੇ ਉਹ ਪਵਿੱਤਰ ਹਨ। ਕਰਮੀ ਸਹਿਜ ਨਾ ਊਪਜੈ, ਦੁਨੀਆ ਦੇ ਵਿੱਚ ਬੰਦਾ ਬਹੁਤ ਸਾਰੇ ਜਿਹੜੇ ਕਰਮ ਕਰਦਾ ਹੈ ਕਾਮਨਾ ਰੱਖ ਰੱਖ ਕੇ, ਮੇਰੀ ਆਹ ਕਾਮਨਾ ਪੂਰੀ ਹੋ ਜਾਵੇ ਮੈਂ ਇੰਨੇ ਦਿਨ ਸੇਵਾ ਕਰਾਂਗਾ, ਮੇਰੀ ਆਹ ਕਾਮਨਾ ਪੂਰੀ ਹੋ ਜਾਵੇ ਮੈਂ ਇੰਨੇ ਦਿਨ ਗੁਰਦੁਆਰੇ ਜਾ ਕੇ ਝਾੜੂ ਦੇਵਾਂਗਾ, ਦਰਸ਼ਨ ਕਰਾਂਗਾ। ਬਹੁਤ ਤਰ੍ਹਾਂ ਦੀਆਂ ਕਾਮਨਾ ਨੇ। ਜਿਹੜੇ ਜੀਵ ਸਤਿਗੁਰੂ ਪਾਤਸ਼ਾਹ ਕਹਿੰਦੇ ਕਰਮੀ ਇਸ ਤਰ੍ਹਾਂ ਦੇ ਅਨੇਕਾਂ ਤਰ੍ਹਾਂ ਦੇ ਸਕਾਮ ਕੰਮ ਕਰਦੇ ਨੇ, ਕਾਮਨਾ ਰੱਖ ਰੱਖ ਕੇ ਜਿਹੜੇ ਕਰਮ ਕਰਨੇ ਉਹਨਾਂ ਨੂੰ ਸਕਾਮ ਕਰਮ ਕਿਹਾ ਜਾਂਦਾ। ਸਕਾਮੀ ਜਿਹੜੇ ਕਰਮ ਕਰਨ ਵਾਲੇ ਜੀਵ, ਉਹਨਾਂ ਦੇ ਅੰਦਰ ਸਹਿਜ ਨਾ ਊਪਜੈ। ਸਹਿਜ ਦਾ ਅਰਥ ਹੁੰਦਾ ਗਿਆਨ। ਜੀਵ ਈਸ਼ ਕੀ ਏਕਤਾ ਕੂ ਗਿਆਨ ਕਹੀਏ ਹੈ। ਐਸਾ ਜਿਹੜਾ ਗਿਆਨ ਉਹਨਾਂ ਦੇ ਅੰਦਰ ਪੈਦਾ ਨਹੀਂ ਹੁੰਦਾ, ਕਿਉਂਕਿ ਉਹਨਾਂ ਦਾ ਤੇ ਆਪਣੀ ਇੱਛਾ ਦੇ ਤੱਕ ਹੀ ਮਤਲਬ ਹੁੰਦਾ। ਕਾਮਨਾ ਪੂਰੀ ਹੋ ਗਈ ਤੇ ਦਿਨ ਵੀ ਭੁੱਲ ਗਏ ਵੀ ਕਿੰਨੇ ਦਿਨ ਸੇਵਾ ਕੀਤੀ ਜਾਂ ਕਰਨੀ ਸੀ। ਕਾਮਨਾ ਪੂਰੀ ਹੋ ਗਈ, ਸੁਖਣਾ ਸੁਖੀ ਉਹ ਵੀ ਭੁੱਲ ਗਿਆ ਬੰਦਾ, ਤੇ ਕਿਉਂਕਿ ਮਤਲਬ ਉਹਦਾ ਪੂਰਾ ਹੋ ਗਿਆ। ਜਿਹੜਾ ਗਿਆਨ ਹੈ ਪਰਮੇਸ਼ਰ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ, ਆਤਮਿਕ ਗਿਆਨ ਹੈ, ਉਹ ਨਿਸ਼ਕਾਮ ਕਰਮਾਂ ਕਰਕੇ ਪ੍ਰਾਪਤ ਹੁੰਦਾ ਹੈ। ਸਹਿਤ ਜਿਹੜੀ ਕਾਮਨਾ ਦੇ ਸਕਾਮ ਬੰਦਾ ਕਰਮ ਕਰਦਾ, ਇਹਦੇ ਕਰਕੇ ਕਦੇ ਗਿਆਨ ਨਹੀਂ ਉਪਜਦਾ, ਪੈਦਾ ਨਹੀਂ ਹੁੰਦਾ। ਵਿਣ ਸਹਜੈ ਸਹਸਾ ਨਾ ਜਾਏ, ਗਿਆਨ ਦੀ ਪ੍ਰਾਪਤੀ ਕਿਸ ਵਾਸਤੇ ਕਰਨੀ ਹੈ ਜੀਵ ਨੇ? ਇਹਦੇ ਅੰਦਰ ਤਿੰਨ ਤਰ੍ਹਾਂ ਦੇ ਸ਼ੰਕੇ ਬਣੇ ਹੋਏ ਨੇ। ਇੱਕ ਪ੍ਰਮਾਣਗਤ ਸ਼ੰਕਾ ਹੁੰਦਾ, ਇੱਕ ਪਰਮੇਗਤ ਹੁੰਦਾ, ਇੱਕ ਵਿਪਰਜੈਗਤ ਸ਼ੰਕਾ ਹੁੰਦਾ। ਜਿੰਨੀ ਦੇਰ ਸ਼ੰਕਾ ਜੀਵ ਦੇ ਮਨ ਵਿੱਚੋਂ ਜਾਵੇ ਨਾ, ਓਨੀ ਦੇਰ ਜੀਵ ਕਿਸੇ ਦੀ ਤਸੱਲੀ ਨਹੀਂ ਹੁੰਦੀ ਹੈ। ਤੇ ਜਦੋਂ ਸ਼ੰਕਾ ਚਲਿਆ ਜਾਂਦਾ ਤੇ ਫਿਰ ਮਨ ਟਿਕਾ ਵਿੱਚ ਆ ਜਾਂਦਾ, ਸ਼ਾਂਤੀ ਵਰਤ ਜਾਂਦੀ ਹੈ। ਇੱਧਰ ਜਿਹੜੇ ਤਿੰਨ ਤਰ੍ਹਾਂ ਦੇ ਸ਼ੰਕੇ ਹਨ, ਸਤਿਗੁਰੂ ਪਾਤਸ਼ਾਹ ਕਹਿੰਦੇ ਵਿਣ ਸਹਿਜੈ ਸਹਸਾ ਨਾ ਜਾਏ। ਇਹ ਤਿੰਨੇ ਪ੍ਰਕਾਰ ਦੇ ਸ਼ੰਕੇ ਗਿਆਨ ਦੀ ਪ੍ਰਾਪਤੀ ਤੋਂ ਬਿਨਾਂ ਨਹੀਂ ਜਾਂਦੇ, ਜਿਹੜੇ ਪਰਮੇਸ਼ਰ ਦੀ ਪ੍ਰਾਪਤੀ ਦੇ ਵਿੱਚ ਆ ਕਰਕੇ ਬਹੁਤ ਵੱਡਾ ਅੜਿੱਕਾ ਬਣੇ ਹੋਏ ਨੇ। ਇਹਨਾਂ ਕਰਕੇ ਪਰਮਾਤਮਾ ਦੀ ਪ੍ਰਾਪਤੀ ਨਹੀਂ, ਇਹ ਗਿਆਨ ਦੀ ਪ੍ਰਾਪਤੀ ਨਾਲ ਦੂਰ ਹੁੰਦੇ ਹਨ। ਨਹ
ਨਹਿ ਜਾਏ ਸਹਸਾ ਕਿਤੈ ਸੰਜਮ। ਦੁਨੀਆ ਦੇ ਅੰਦਰ ਕਿੰਨੇ ਭਾਵੇਂ ਇਹ ਸੰਜਮ ਨਿਜਮ ਕਰੀ ਜਾਵੇ, ਜਿੰਨੇ ਮਰਜੀ ਸੰਜਮ ਸਾਧਨ ਕਰੀ ਜਾਵੇ, ਸੰਜਮ ਯਤਨ ਜਿੰਨੇ ਮਰਜੀ ਕਰ ਲਵੇ, ਕਿੰਨੇ ਹੀਲੇ ਵਸੀਲੇ ਕਰੀ ਜਾਵੇ, ਪਰੰਤੂ ਸਤਿਗੁਰੂ ਪਾਤਸ਼ਾਹ ਕਹਿੰਦੇ ਨਹਿ ਜਾਏ ਸਹਸਾ। ਕਿੰਨੇ ਵੀ ਸਾਧਨਾ ਕਰਨ ਦੇ ਨਾਲ ਇਹ ਜਿਹੜਾ ਸਹਸਾ ਸ਼ੰਕਾ ਹੈ ਮਨ ਵਿੱਚ, ਇਹ ਕਦੇ ਨਹੀਂ ਜਾਂਦਾ। ਫਿਰ ਜਾਵੇਗਾ ਕਿਸ ਪ੍ਰਕਾਰ? ਇਹ ਜਿਹੜਾ ਸਾਧ ਸੰਗਤ ਜੀ ਪ੍ਰਮਾਣਗਤ ਸ਼ੰਕਾ, ਇਹ ਪਰਮਾਤਮਾ ਦਾ ਨਾਮ ਸੁਣਨ ਦੇ ਨਾਲ ਦੂਰ ਹੁੰਦਾ ਹੈ। ਤੇ ਜਿਹੜਾ ਪਰਮੇਗਤ ਸ਼ੰਕਾ ਹੈ, ਇਹ ਪਰਮਾਤਮਾ ਦੇ ਨਾਮ ਨੂੰ ਸੁਣ ਕੇ ਮੰਨਣ ਕਰਨ ਦੇ ਨਾਲ ਦੂਰ ਹੋਵੇਗਾ। ਜਿਹੜਾ ਸਾਧ ਸੰਗਤ ਜੀ ਪ੍ਰਮਾਣ ਪਰਮੇ ਤੇ ਵਿਪਰਜੈਗਤ ਸ਼ੰਕਾ ਹੈ ਤੀਜਾ, ਇਹ ਪਰਮੇਸ਼ਰ ਦੇ ਨਾਮ ਦਾ ਨਿਧਿਆਸਣ ਕਰਨ ਦੇ ਨਾਲ ਦੂਰ ਹੁੰਦਾ। ਨਾਮ ਤਾਂ ਜਪੇਗਾ ਜੇ ਗੁਰੂ ਦਾ ਉਪਦੇਸ਼ ਪਹਿਲਾਂ ਸੁਣੇਗਾ। ਇਸ ਲਈ ਗੁਰੂ ਦਾ ਉਪਦੇਸ਼ ਪਹਿਲਾ ਹੈ, ਫਿਰ ਅੱਗੇ ਨਾਮ ਦੀ ਕਮਾਈ ਜਦੋਂ ਗੁਰਮੁਖ ਪਿਆਰਾ ਕਰਦਾ, ਉਹਦੇ ਸਾਰੇ ਸ਼ੰਕੇ ਮਿਟ ਜਾਂਦੇ ਨੇ। ਨਾਮ ਤੋਂ ਬਿਨਾ, ਪਰਮੇਸ਼ਰ ਦੀ ਐਸੀ ਸਿਮਰਨ ਚਿੰਤਨ ਕੀਤੇ ਤੋਂ ਬਿਨਾ, ਭਗਤੀ ਕੀਤੇ ਤੋਂ ਬਿਨਾ ਜਿਹੜੇ ਸ਼ੰਕੇ ਹਨ ਕਦਾਚਿਤ ਵੀ ਨਹੀਂ ਜਾਂਦੇ ਹਨ। ਰਹੇ ਕਰਮ ਕਮਾਏ। ਜੀਵ ਬਹੁਤ ਸਾਰੇ ਵੇਖੇ ਦੁਨੀਆ ਦੇ ਅੰਦਰ, ਅਨੇਕਾਂ ਤਰ੍ਹਾਂ ਦੇ ਜਿਹੜੇ ਕਿਰਿਆ ਕਰਮ ਕਰ ਕਰਕੇ ਰਹਿ ਗਏ ਨੇ, ਥੱਕ ਗਏ ਨੇ, ਹਾਰ ਗਏ, ਹੰਭ ਜਾਣਾ ਕੀਤੇ, ਉਹਨਾਂ ਦੇ ਸ਼ੰਕੇ ਨਹੀਂ ਮਿਟੇ। ਜਿੰਨੀ ਦੇਰ ਸ਼ੰਕਾ ਨਹੀਂ ਮਿਟਦਾ, ਓਨੀ ਦੇਰ ਗਿਆਨ ਦੀ ਪ੍ਰਾਪਤੀ ਨਹੀਂ ਹੋਣੀ। ਸਹਸੈ ਜਿਉ ਮਲੀਨ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹ ਜਿਹੜਾ ਜੀਵ ਦਾ ਹਿਰਦਾ ਹੈ, ਤੇ ਇਹ ਸ਼ੰਕਿਆਂ ਕਰਕੇ ਮਲੀਨ ਮੈਲਾ ਹੈ। ਵਿਕਾਰਾਂ ਦੀ ਮੈਲ ਇਸ ਨੂੰ ਲੱਗੀ ਹੈ, ਵਿਸ਼ਿਆਂ ਦੀ ਮੈਲ ਇਸ ਨੂੰ ਲੱਗੀ ਹੈ, ਨਿੰਦਿਆ ਚੁਗਲੀ ਦੀਆਂ ਮੈਲਾਂ ਇਸ ਨੂੰ ਲੱਗੀਆਂ ਹੋਈਆਂ। ਕਿਤ ਸੰਜਮ ਧੋਤਾ ਜਾਏ। ਫਿਰ ਸਿੱਖਾਂ ਨੇ ਬੇਨਤੀ ਕਰਕੇ ਪੁੱਛਣਾ ਕੀਤਾ, ਮਹਾਰਾਜ ਕਿਤ ਸੰਜਮ ਧੋਤਾ ਜਾਏ, ਇਹ ਜਿਹੜਾ ਹਿਰਦਾ ਹੈ ਜੀਵ ਦਾ ਬਹੁਤਾ ਮੈਲਾ ਹੋਇਆ ਪਿਆ, ਇਹ ਕਿਹੜੇ ਸੰਜਮ ਤਰੀਕੇ ਨਾਲ, ਕਿਹੜੇ ਢੰਗ ਦੇ ਨਾਲ, ਕਿਹੜੇ ਯਤਨ ਕਰਨ ਦੇ ਨਾਲ ਧੋਤਾ ਜਾਵੇ, ਉਜਲਾ ਹੋ ਜਾਵੇ। ਮਨ ਧੋਵੋ ਸ਼ਬਦ ਲਾਗੋ। ਹੁਣ ਗੁਰੂ ਅਮਰਦਾਸ ਮਹਾਰਾਜ ਜੀ ਆਪਣੇ ਵੱਲੋਂ ਸਵਾਲ ਪੈਦਾ ਕਰਕੇ ਅਗਲੀ ਪੰਕਤੀ ਵਿੱਚ ਉਹਦਾ ਜਵਾਬ ਦਿੰਦੇ ਨੇ। ਮਨ ਧੋਵੋ ਸ਼ਬਦ ਲਾਗੋ। ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਸਿੱਖੋ, ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਦੇ ਨਾਲ ਲਾਗੋ ਲੱਗ ਜਾਵੋ, ਜੁੜ ਜਾਓ ਗੁਰੂ ਦੇ ਚਰਨਾਂ ਦੇ ਨਾਲ। ਉਸ ਦੇ ਸ਼ਬਦ ਦੀ ਕਮਾਈ ਕਰਕੇ, ਉਪਦੇਸ਼ ਨੂੰ ਕਮਾ ਕੇ, ਆਪਣੇ ਮਨ ਦੀ ਹਿਰਦੇ ਦੀ ਜਿਹੜੀ ਮੈਲ ਹੈ, ਜਨਮਾਂ ਜਨਮਾਂਤਰਾਂ ਦੀ ਲੱਗੀ ਪਾਪਾਂ ਦੀ, ਵਿਕਾਰਾਂ ਦੀ, ਵਿਸ਼ਿਆਂ ਦੀ, ਨਿੰਦਿਆ ਚੁਗਲੀ ਈਰਖਾ ਦੀ ਮੈਲ, ਇਹ ਸਾਰੀ ਨੂੰ ਧੋ ਲਵੋਗੇ। ਹਰਿ ਸਿਉ ਰਹੋ ਚਿਤ ਲਾਏ। ਫਿਰ ਤੁਹਾਡਾ ਜਿਹੜਾ ਚਿੱਤ ਹੈ ਹਰੀ ਪਰਮਾਤਮਾ ਦੇ ਨਾਲ ਲੱਗ ਜਾਣਾ ਕਰੇਗਾ। ਸਦੀਵ ਕਾਲ ਚਿੱਤ ਜੋੜ ਕਰਕੇ ਆਨੰਦ ਮਾਣੋਗੇ। ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਸਿੱਖਿਆ ਪ੍ਰਦਾਨ ਕਰਦੇ ਨੇ। ਸਤਿਗੁਰੂ ਕਹਿੰਦੇ ਗੁਰੂ ਦੀ ਪ੍ਰਸਾਦੀ ਜਦੋਂ ਕਿਰਪਾ ਹੋ ਜਾਵੇ ਜੀਵ ਤੇ, ਫਿਰ ਗੁਰੂ ਦੀ ਕਿਰਪਾ ਦੇ ਨਾਲ ਗੁਰਸਿੱਖ ਉਪਦੇਸ਼ ਦੀ ਕਮਾਈ ਕਰਦਾ, ਫਿਰ ਅੰਦਰ ਇਹਦੇ ਸਹਿਜ ਜਿਹੜਾ ਜੀਵ ਈਸ਼ ਦੀ ਏਕਤਾ ਦਾ ਗਿਆਨ ਉਪਜੈ, ਉਹ ਪੈਦਾ ਹੋ ਜਾਂਦਾ ਹੈ। ਇਹੋ ਸਹਸਾ ਇਵ ਜਾਏ। ਇਹ ਜਿਹੜੇ ਤਿੰਨ ਤਰ੍ਹਾਂ ਦੇ ਸ਼ੰਕਿਆਂ ਦਾ ਜ਼ਿਕਰ ਕੀਤਾ, ਇਸ ਤਰ੍ਹਾਂ ਇਹ ਸ਼ੰਕੇ ਚਲੇ ਜਾਂਦੇ, ਦੂਰ ਹੋ ਜਾਂਦੇ। ਜੀਉ ਮੈਲੇ ਬਾਹਰੋਂ ਨਿਰਮਲ। ਸਾਡੇ ਜੀਵਾਂ ਦੀ ਹਾਲਤ ਕੀ ਹੈ? ਜੀਉ ਦਾ ਅਰਥ ਅਸੀਂ ਅੰਦਰੋਂ ਹਿਰਦੇ ਕਰਕੇ, ਮਨ ਕਰਕੇ ਵੀ ਮੈਲੇ ਹਾਂ, ਵਿਕਾਰਾਂ ਦੀਆਂ ਮੈਲਾਂ ਅੰਦਰ ਹਨ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਬਾਹਰੋਂ ਨਿਰਮਲ। ਜੀਵ ਬਾਹਰੋਂ ਉਜਲਾ ਹੋ ਕਰਕੇ ਵਿਖਾਉਂਦਾ ਹੈ। ਵਸਤਰ ਉਜਲੇ ਧਾਰਨ ਕਰ ਲੈਣੇ, ਸਰੀਰ ਤੇ ਹਾਰ ਸ਼ਿੰਗਾਰ ਕਰ ਲੈਣਾ ਵੀ ਇਹ ਤਾਂ ਬੜਾ ਉਜਲ ਪਵਿੱਤਰ ਹੈ। ਅੰਦਰ ਵਿਕਾਰਾਂ ਦੀਆਂ ਮੈਲਾਂ ਕਰਕੇ ਮੈਲਾ ਹੈ ਜੀਵ, ਬਾਹਰੋਂ ਉਜਲਾ ਬਣ ਕਰਕੇ ਦਿਖਾਉਂਦਾ, ਨਿਰਮਲ ਬਣ ਕੇ ਦਿਖਾਉਂਦਾ ਹੈ। ਬਾਹਰੋਂ ਨਿਰਮਲ ਜੀਉ ਤਾਂ ਮੈਲੇ। ਦੀਪਸਾ ਅਲੰਕਾਰ ਦੇ ਦੁਆਰਾ ਸਤਿਗੁਰੂ ਪਾਤਸ਼ਾਹ ਕਹਿੰਦੇ ਬਾਹਰੋਂ ਤਾਂ ਬੜਾ ਨਿਰਮਲ ਸੋਹਣਾ ਉਜਲਾ ਚਿੱਟਾ ਦਿਸਦਾ ਜੀਵ, ਜੀਉ ਤਾਂ ਮੈਲੇ। ਤੇ ਜੀ ਅੰਦਰ ਹਿਰਦੇ ਅੰਦਰ ਬਹੁਤ ਜਨਮਾਂ ਜਨਮਾਂਤਰਾਂ ਦੀਆਂ ਮੈਲਾਂ ਭਰੀਆਂ ਪਈਆਂ ਮੈਲਾ ਹੈ।
ਤਿਨੀ ਜਨਮ ਜੂਐ ਹਾਰਿਆ। ਇਸ ਤਰ੍ਹਾਂ ਦੇ ਜੀਵ ਜਿਹੜੇ ਬਾਹਰੋਂ ਉਜਲੇ ਹੋ ਕੇ ਵਿਖਾਉਂਦੇ, ਅੰਦਰੋਂ ਪਾਪਾਂ ਤੇ ਵਿਕਾਰਾਂ ਦੀ ਮੈਲ ਨਹੀਂ ਗਵਾਉਂਦੇ ਹਨ, ਉਹਨਾਂ ਨੇ ਆਪਣਾ ਮਨੁੱਖਾ ਜਨਮ ਜਿਹੜਾ ਵਿਸ਼ਿਆਂ ਦੇ ਵਿੱਚ ਲੱਗ ਕਰਕੇ ਹੀ ਸਾਰਾ ਜੂਏ ਦੇ ਵਿੱਚ ਹਾਰ ਜਾਣਾ ਕੀਤਾ। ਇਹ ਤਿਸਨਾ ਵੱਡਾ ਰੋਗ ਲੱਗਾ। ਇਹ ਜਿਹੜਾ ਤ੍ਰਿਸ਼ਨਾ ਦਾ ਬਹੁਤ ਵੱਡਾ ਰੋਗ ਹੈ ਜੀਵ ਨੂੰ ਲੱਗਿਆ ਹੋਇਆ। ਤ੍ਰਿਸ਼ਨਾ ਕੀ ਹੁੰਦੀ? ਰੁਪਇਆ ਮਿਲ ਜਾਵੇ 10 ਦੀ ਇੱਛਾ ਹੋ ਜਾਣੀ, 10 ਰੁਪਏ ਮਿਲ ਜਾਣ ਤੇ 100 ਦੀ ਇੱਛਾ ਕਰਨੀ, 100 ਤੋਂ ਹਜ਼ਾਰਾਂ ਅੱਗੇ ਲੱਖਾਂ ਕਰੋੜਾਂ ਅਰਬਾਂ ਖਰਬਾਂ ਤੱਕ। ਇਹ ਤ੍ਰਿਸ਼ਨਾ ਕਦੇ ਬੰਦੇ ਦੀ ਮੁੱਕਦੀ ਨਹੀਂ ਹੈ। ਇਹ ਜਿਹੜਾ ਜੀਵ ਹੈ ਇਹਦੇ ਅੰਦਰ ਪਦਾਰਥਾਂ ਦੇ ਖਾਣ ਦੀ ਤ੍ਰਿਸ਼ਨਾ ਹੈ। ਇਹਦਾ ਵੀ ਸਵਾਦ ਵੇਖ ਲਵਾਂ, ਆ ਵੀ ਸਵਾਦਲਾ ਪਦਾਰਥ ਆ ਵੀ ਖਾ ਲਵਾਂ। ਖਾਂਦਿਆਂ ਖਾਂਦਿਆਂ ਮੋਹ ਇਕੱਠਾ ਪੈ ਨੰਦਿਆਂ ਸਭ ਅੰਗ, ਧਿਗ ਤਿੰਨਾਂ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ। ਸਾਰਾ ਜੀਵਨ ਬੰਦੇ ਦਾ ਤ੍ਰਿਸ਼ਨਾਲੂ ਹੋ ਕਰਕੇ ਪਦਾਰਥ ਖਾਂਦੇ ਖਾਂਦੇ ਦਾ ਗੁਜ਼ਰ ਜਾਂਦਾ। ਇਹ ਪਦਾਰਥਾਂ ਦੇ ਖਾਣ ਦੀ ਜਿਹੜੀ ਤ੍ਰਿਸ਼ਨਾ ਦਾ ਬਹੁਤ ਵੱਡਾ ਜੀਵ ਨੂੰ ਰੋਗ ਲੱਗਿਆ ਹੋਇਆ। ਮਰਨ ਮਨਹੁ ਵਿਸਾਰਿਆ। ਇਹ ਪਦਾਰਥਾਂ ਨੂੰ ਸਦੀਵ ਕਾਲ ਰਹਿਣ ਵਾਲੇ ਜਾਣ ਕਰਕੇ ਜਾਂ ਸਰੀਰ ਨੂੰ ਸਦੀਵ ਕਾਲ ਮੰਨਦਾ ਹੈ। ਇਸ ਲਈ ਇਹਨੇ ਜਿਹੜਾ ਮਰਨਾ ਹੈ, ਮੌਤ ਦਾ ਸਮਾਂ ਹੈ, ਮਨ ਦੇ ਵਿੱਚੋਂ ਵਿਸਾਰ ਦਿੱਤਾ। ਕਹਿੰਦਾ ਮੈਂ ਨਾ ਮਰੋ ਮਰਬੋ ਸੰਸਾਰਾ, ਦੁਨੀਆ ਮਰੇਗੀ ਮੈਂ ਸਦਾ ਅਮਰ ਹੋਵਾਂਗਾ। ਇਸ ਲਈ ਪਰਮਾਤਮਾ ਵਾਹਿਗੁਰੂ ਦਾ ਨਾਮ ਵੀ ਵਿਸਾਰ ਦਿੱਤਾ। ਜਿਹੜੇ ਬੰਦੇ ਨੂੰ ਮੌਤ ਭੁੱਲ ਗਈ ਫਿਰ ਪਰਮਾਤਮਾ ਕਿੱਥੇ ਯਾਦ ਆਉਣਾ। ਮਰਨਾ ਵੀ ਇਸ ਜੀਵ ਨੇ ਵਿਸਾਰ ਦਿੱਤਾ ਤ੍ਰਿਸ਼ਨਾ ਦੇ ਅਧੀਨ ਹੋ ਕੇ। ਵੇਦਾ ਮਹਿ ਨਾਮ ਉਤਮ ਸੋ ਸੁਣਹਿ ਨਾਹੀ। ਜਿਹੜੇ ਵੇਦ ਹਨ 4 ਵੇਦ, ਸ਼ਾਮ ਰਿਗ ਜਜਰ ਤੇ ਅਥਰਵਣ ਵੇਦ, ਇਹ 4 ਵੇਦ ਨੇ। ਜਾਂ ਵੇਦ ਦਾ ਅਰਥ ਵਿਦਵਾਨ ਧਾਰਮਿਕ ਗਿਆਨ ਦੇ ਗ੍ਰੰਥ ਵੀ ਕਰਦੇ ਨੇ। ਜਿੰਨੇ ਵੀ ਐਸੇ ਵੇਦ ਕਹੀਏ ਗਿਆਨ ਗ੍ਰੰਥ ਨੇ ਉਹਨਾਂ ਨੂੰ ਪੜ੍ਹ ਲਓ ਚੰਗੀ ਤਰ੍ਹਾਂ। ਉਹਨਾਂ ਦੇ ਵਿੱਚ ਸਿਧਾਂਤ ਕੀ ਨਿਕਲਦਾ? ਨਾਮ ਉਤਮ। ਉਹ ਕਹਿੰਦੇ ਨੇ ਭਾਈ ਸਾਰਿਆਂ ਤੋਂ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੀ ਉਤਮ ਉੱਚਾ ਹੈ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਵੇਦਾਂ ਵਿੱਚ ਧਾਰਮਿਕ ਗ੍ਰੰਥਾਂ ਦੇ ਅੰਦਰ ਪਰਮਾਤਮਾ ਦਾ ਨਾਮ ਹੀ ਉਤਮ ਉੱਚਾ ਦੱਸਿਆ। ਉਸ ਨਾਮ ਨੂੰ ਜੀਵ ਸੁਣਦਾ ਹੀ ਨਹੀਂ ਹੈ। ਫਿਰੇ ਜਿਉ ਬੇਤਾਲਿਆ। ਇਸ ਤਰ੍ਹਾਂ ਦੁਨੀਆ ਦੇ ਅੰਦਰ ਫਿਰੇ ਦਾ ਅਰਥ ਤੁਰਿਆ ਫਿਰਦਾ, ਘੁੰਮਦਾ ਫਿਰਦਾ, ਜਿਵੇਂ ਬੇਤਾਲਿਆ ਕੋਈ ਭੂਤ ਨੇ ਹੁੰਦੇ ਨੇ। ਕਿਉਂਕਿ ਭੂਤ ਦੇ ਕੋਲ ਤਨ ਸਰੀਰ ਨਹੀਂ ਹੁੰਦਾ, ਕੇਵਲ ਉਹਦੇ ਕੋਲ ਮਨ ਹੁੰਦਾ ਹੈ। ਇਸ ਲਈ 7 ਸਮੁੰਦਰਾਂ ਤੋਂ ਪਾਰ ਖਿੰਨ ਵਿੱਚ ਹੀ ਉਹ ਜਿਹੜਾ ਭੂਤ ਨਾ ਚਲਿਆ ਜਾਂਦਾ। ਇਹ ਜੀਵ ਦੀ ਹਾਲਤ ਵੀ ਪਰਮਾਤਮਾ ਦੇ ਨਾਮ ਤੋਂ ਟੁੱਟਣ ਕਰਕੇ, ਪਰਮੇਸ਼ਰ ਦੇ ਚਿੰਤਨ ਤੋਂ ਦੂਰ ਹੋਣ ਕਰਕੇ ਭੂਤਨਿਆਂ ਵਰਗੀ ਹੋਈ ਪਈ ਹੈ। ਨਾ ਦਿਨੇ 'ਚ ਇਹਨੂੰ ਸ਼ਾਂਤੀ ਆਉਂਦੀ, ਨਾ ਰਾਤ ਨੂੰ ਸੁਪਨਿਆਂ ਵਿੱਚ ਭੱਜਿਆ ਫਿਰਦਾ ਹੈ। ਦਿਨ ਰਾਤ ਕਦੇ ਟਿਕਦਾ ਹੀ ਨਹੀਂ ਹੈ ਜੀਵ। ਭੂਤਨਿਆਂ ਵਰਗੀ ਹਾਲਤ ਹੋ ਗਈ ਪਰਮਾਤਮਾ ਦੇ ਨਾਮ ਨੂੰ ਭੁਲਾਉਣ ਕਰਕੇ। ਕਹੈ ਨਾਨਕ ਜਿਨ ਸੱਚ ਤਜਿਆ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਨੇ, ਭਾਈ ਜਿਨ੍ਹਾਂ ਨੇ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਤਜ ਦਿੱਤਾ, ਤਿਆਗ ਦਿੱਤਾ, ਛੱਡ ਦਿੱਤਾ ਹੈ। ਕੂੜੇ ਲਾਗੇ। ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਛੱਡ ਕਰਕੇ ਕੂੜੇ ਝੂਠੇ ਪਦਾਰਥਾਂ ਵਿੱਚ ਲੱਗੇ ਹਨ। ਤਿਨੀ ਜਨਮ ਜੂਐ ਹਾਰਿਆ। ਉਹਨਾਂ ਨੇ ਆਪਣਾ ਜਿਹੜਾ ਮਨੁੱਖਾ ਜਨਮ ਹੈ ਸੰਸਾਰ ਦੇ ਵਿਸ਼ਿਆਂ ਦੇ ਜੂਏ ਵਿੱਚ ਹੀ ਹਾਰ ਜਾਣਾ ਕੀਤਾ। ਜੀਉ ਨਿਰਮਲ ਬਾਹਰੋ ਨਿਰਮਲ। ਹੁਣ ਅਗਲੀ ਪੌੜੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਸਿੱਖਿਆ ਦਿੰਦੇ ਨੇ, ਭਾਈ ਜਿਨ੍ਹਾਂ ਗੁਰਮੁਖਾਂ ਦੇ ਜੀਉ ਦਾ ਅਰਥ ਹਿਰਦੇ ਨਿਰਮਲ ਉਜਲੇ ਨੇ। ਜਿਨ੍ਹਾਂ ਦੇ ਹਿਰਦਿਆਂ ਵਿੱਚ ਨਾਮ ਆ ਜਾਵੇ ਤਾਂ ਕਿਵੇਂ ਨਾ ਉਜਲੇ ਹੋਣਗੇ। ਜਿਹੜੇ ਗੁਰਮੁਖਾਂ ਦੇ ਹਿਰਦੇ ਨਾਮ ਕਰਕੇ ਨਿਰਮਲ ਉਜਲੇ ਬਣ ਗਏ ਤੇ ਬਾਹਰੋਂ ਜਿਹੜਾ ਤਨ ਹੈ ਉਹਨੂੰ ਵੀ ਨਿਰਮਲ ਉਜਲਾ ਬਣਾ ਕਰਕੇ ਰੱਖਦੇ ਨੇ। ਵਿਕਾਰਾਂ ਤੋਂ ਬਚ ਕਰਕੇ ਤਨ ਕਰਕੇ ਵੀ ਰਹਿੰਦੇ ਨੇ, ਮਨ ਕਰਕੇ ਵੀ ਬਚਦੇ ਹਨ। ਬਾਹਰੋਂ ਤਾਂ ਨਿਰਮਲ ਜੀਉ ਨਿਰਮਲ। ਸਤਿਗੁਰੂ ਪਾਤਸ਼ਾਹ ਜੀ ਬੀਪਸਾ ਅਲੰਕਾਰ ਦੇ ਦੁਆਰਾ ਫਿਰ ਸਿੱਖਿਆ ਦਿੰਦੇ, ਬਾਹਰੋਂ ਤਾਂ ਨਿਰਮਲ। ਉਹ ਗੁਰਸਿੱਖਾਂ ਦੇ ਨਿਰਮਲ ਜਿਹੜੇ ਉਜਲੇ ਜੀਵਨ ਬਾਹਰੋਂ ਵੀ ਦਿਸਦੇ ਨੇ ਤੇ ਇਸ ਲਈ ਜੀਉ ਨਿਰਮਲ, ਅੰਦਰੋਂ ਵੀ ਉਹਨਾਂ ਦਾ ਜੀਵਨ ਨਿਰਮਲ ਹੈ।
ਜਿਨ੍ਹਾਂ ਦੇ ਅੰਦਰ ਹਿਰਦੇ ਵਿੱਚ ਤੇ ਮੁਖ ਦੇ ਅੰਦਰ ਇੱਕੋ ਹੀ ਸ਼ਬਦ ਹਨ, ਦਿਲ ਵਿੱਚ ਹੋਰ ਤੇ ਮੂੰਹ ਦੇ ਵਿੱਚ ਕੁਝ ਹੋਰ, ਉਹ ਗੁਰਮੁਖ ਨਹੀਂ ਹੁੰਦਾ ਹੈ। ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਸਤਿਗੁਰੂ ਕਹਿੰਦੇ ਬਾਹਰੋਂ ਵੀ ਜੀਵਨ ਨਿਰਮਲ ਹਨ ਤੇ ਅੰਦਰੋਂ ਹਿਰਦੇ ਕਰਕੇ ਵੀ ਨਿਰਮਲ ਹਨ। ਸਤਿਗੁਰ ਤੇ ਕਰਨੀ ਕਮਾਣੀ। ਉਹਨਾਂ ਗੁਰਮੁਖਾਂ ਦੇ ਜੀਵਨ ਇੰਨੇ ਪਵਿੱਤਰ ਕਿਉਂ ਬਣ ਗਏ, ਬਾਹਰੋਂ ਤੇ ਅੰਦਰੋਂ ਨਿਰਮਲ ਕਿਵੇਂ ਹੋਏ? ਸਤਿਗੁਰੂ ਕਹਿੰਦੇ ਉਹਨਾਂ ਨੇ ਭਾਈ ਸਤਿਗੁਰ ਤੇ ਪੂਰੇ ਗੁਰਾਂ ਦੇ ਕੋਲੋਂ ਕਰਨੀ ਦਾ ਅਰਥ ਜਿਹੜੀ ਭਗਤੀ ਹੈ ਉਹਦੀ ਕਮਾਈ ਕਰਨੀ ਲੈ ਲਈ ਹੈ। ਗੁਰੂ ਸਾਹਿਬ ਨੂੰ ਕਹਿ ਦਿੱਤਾ, ਮਹਾਰਾਜ ਭਗਤੀ ਦੀ ਦਾਤ ਝੋਲੀ ਵਿੱਚ ਪਾ ਦਿਓ, ਸਿਮਰਨ ਦੀ ਦਾਤ ਸਾਨੂੰ ਦੇ ਦਿਓ, ਮਨੁੱਖਾ ਜਨਮ ਸਫਲਾ ਹੋ ਜਾਵੇ। ਗੁਰੂ ਦੇ ਕੋਲੋਂ ਨਾਮ ਦੀ ਦਾਤ, ਭਗਤੀ ਦੀ ਦਾਤ ਉਹਨਾਂ ਨੇ ਝੋਲੀ ਵਿੱਚ ਲੈ ਲਈ। ਇਹਦੇ ਕਰਕੇ ਅੰਦਰੋਂ ਬਾਹਰੋਂ ਜੀਵਨ ਉਹਨਾਂ ਦਾ ਉਜਲਾ ਬਣ ਗਿਆ। ਕੂੜ ਕੀ ਸੋਏ ਪਹੁੰਚੈ ਨਾਹੀ। ਐਸੇ ਗੁਰੂ ਪਿਆਰਿਆਂ ਦੇ ਕੋਲ ਕੂੜ ਜਿਹੜਾ ਝੂਠ ਦੀ ਕਨਸੋ ਹੈ ਉਹ ਨਹੀਂ ਪਹੁੰਚਦੀ, ਭਾਵ ਕਿ ਝੂਠ ਉਹਨਾਂ ਦੇ ਨੇੜੇ ਵੀ ਨਹੀਂ ਜਾਂਦਾ ਹੈ। ਮਨਸਾ ਸੱਚ ਸਮਾਣੀ। ਉਹਨਾਂ ਦੀ ਮਨਸਾ ਜਿਹੜੀ ਬੁੱਧੀ ਹੈ ਸਾਧ ਸੰਗ ਤੇ ਸੱਚੇ ਪਰਮਾਤਮਾ ਵਾਹਿਗੁਰੂ ਜੀ ਦੇ ਸਰੂਪ ਦੇ ਅੰਦਰ ਹੀ ਵਿਚਾਰਾਂ ਕਰਦੀ ਕਰਦੀ ਸਮਾ ਗਈ ਹੈ, ਲੀਨ ਹੋ ਗਈ ਹੈ। ਜਨਮ ਰਤਨ ਜਿਨੀ ਖਟਿਆ। ਜਿਨ੍ਹਾਂ ਨੇ ਗੁਰੂ ਸਾਹਿਬ ਦਾ ਦਿੱਤਾ ਹੋਇਆ ਮਨੁੱਖਾ ਜਨਮ ਜਿਹੜਾ ਇਹ ਰਤਨਾ ਵਰਗਾ, ਹੀਰਿਆਂ ਵਰਗਾ ਅਮੋਲਕ ਸੀ, ਖਟਿਆ ਦਾ ਅਰਥ ਉਹਨਾਂ ਨੇ ਸਫਲਿਆ ਕਰ ਲਿਆ, ਕਮਾਈ ਕੀਤੀ ਹੈ। ਭਲੇ ਸੇ ਵਣਜਾਰੇ। ਉਹ ਗੁਰੂ ਦੇ ਪਿਆਰੇ ਗੁਰਸਿੱਖ ਨਾਮ ਦਾ ਵਣਜ ਕਰਨ ਵਾਲੇ, ਭਗਤੀ ਦਾ ਵਪਾਰ ਕਰਨ ਵਾਲੇ ਵਣਜਾਰੇ ਭਲੇ ਚੰਗੇ ਹਨ ਦੁਨੀਆ ਵਿੱਚ, ਉਹ ਸਤਿਕਾਰਯੋਗ ਹਨ। ਕਹੈ ਨਾਨਕ ਜਿਨ ਮਨ ਨਿਰਮਲ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਜਿਨ੍ਹਾਂ ਗੁਰੂ ਪਿਆਰਿਆਂ ਦੇ ਮਨ ਜਿਹੜੇ ਹਿਰਦੇ ਹਨ, ਨਾਮ ਜਪਣ ਕਰਕੇ, ਗੁਰੂ ਦਾ ਉਪਦੇਸ਼ ਕਮਾਉਣ ਕਰਕੇ ਨਿਰਮਲ ਮੈਲ ਤੋਂ ਰਹਿਤ ਉਜਲੇ ਬਣ ਗਏ। ਸਦਾ ਰਹਿ ਗੁਰ ਨਾਲੇ। ਉਹ ਹਮੇਸ਼ਾ ਵਾਸਤੇ, ਸਦੀਵ ਕਾਲ ਵਾਸਤੇ ਫਿਰ ਗੁਰੂ ਦੇ ਨਾਲੇ ਕਹੀਏ ਨਾਲ ਹੀ ਰਹਿੰਦੇ ਨੇ, ਕਿਉਂਕਿ ਪਰਮੇਸ਼ਰ ਵਾਹਿਗੁਰੂ ਦਾ ਚਿੰਤਨ ਕਰਦਿਆਂ ਕਰਦਿਆਂ ਮਨ ਇੰਨਾ ਕੁ ਨਿਰਮਲ ਉਜਲਾ ਉਹਨਾਂ ਦਾ ਬਣ ਜਾਂਦਾ ਕਿ ਪਰਮੇਸ਼ਰ ਦੇ ਵਿੱਚ ਜਾ ਕੇ ਲੀਨ ਹੋ ਜਾਂਦੇ ਨੇ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਪਾਣੀ ਵਿੱਚ ਪਾਣੀ ਮਿਲ ਜਾਵੇ ਵੱਖਰਾ ਨਹੀਂ ਹੋ ਸਕਦਾ। ਇਸੇ ਤਰ੍ਹਾਂ ਜਦੋਂ ਕਿਸੇ ਗੁਰਮੁਖ ਪਿਆਰੇ ਦਾ ਸਿਮਰਨ ਕਰਦਿਆਂ ਇੰਨਾ ਕੁ ਮਨ ਨਿਰਮਲ ਉਜਲ ਬਣ ਜਾਂਦਾ ਤੇ ਪਰਮੇਸ਼ਰ ਦੇ ਵਿੱਚ ਹੀ ਜਾ ਕੇ ਮਨ ਕਰਕੇ ਉਹ ਲੀਨ ਹੋ ਜਾਂਦਾ ਹੈ। ਇਹ ਧੰਨ ਪਿਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸ੍ਰੀ ਮੁਖ ਵਾਕ ਦੀ ਸਾਨੂੰ ਬਖਸ਼ਿਸ਼ ਕੀਤੀ ਹੈ। ਸੋ ਆਓ ਹੁਣ ਜੋ ਇੱਕ ਸ਼ਬਦ ਲੜੀਵਾਰ ਕਥਾ ਸਥਾਨਾਂ ਤੇ ਚੱਲ ਰਹੀ, ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰੀਏ ਜੀ। ਤੂੰ ਮੇਰੋ ਮੇਰ ਪਰਬਤ ਸੁਆਮੀ। ਰਾਮ ਕਲੀ ਰਾਗ ਦੇ ਅੰਦਰ ਭਗਤ ਬਾਣੀ ਚੱਲ ਰਹੀ ਹੈ। ਕਬੀਰ ਸਾਹਿਬ ਜੀ ਦੇ ਪਾਵਨ ਇਹ ਸ਼ਬਦ ਹਨ। ਇਹ ਜਿਹੜਾ ਅੱਜ ਦਾ ਪਾਵਨ ਸ਼ਬਦ ਹੈ, ਇਹਦੀ ਉਥਾਨਕਾ ਜਿਸ ਵੇਲੇ ਕਾਸ਼ੀ ਬਨਾਰਸ ਨੂੰ ਛੱਡ ਕਰਕੇ ਤੇ ਭਗਤ ਕਬੀਰ ਸਾਹਿਬ ਜੀ ਮਗਹਰ ਦੀ ਧਰਤੀ ਤੇ, ਜਿਹਨੂੰ ਹੜੰਬੇ ਦੀ ਧਰਤੀ ਕਹਿੰਦੇ ਸਨ, ਇਹ ਸਰਾਪੀ ਹੋਈ ਜਿਹੜੀ ਧਰਤੀ ਹੈ, ਇਸ ਪ੍ਰਕਾਰ ਦੇ ਨਾਲ ਉੱਥੇ ਜਾ ਕਰਕੇ ਬੈਠ ਗਏ। ਤਾਂ ਉੱਥੋਂ ਦੇ ਕੁਝ ਲੋਕਾਂ ਨੇ ਕਿਹਾ ਸੀ, ਕਹਿੰਦੇ ਕਬੀਰ ਜਿਹੜੀ ਕਾਸ਼ੀ ਦੀ ਧਰਤੀ ਹੈ, ਜਿੱਥੇ ਸਦਾ ਵਰਤ ਲਾਇਆ ਸ਼ਿਵ ਜੀ ਨੇ, ਉੱਥੇ ਲੋਕਾਂ ਨੂੰ ਮੁਕਤੀ ਮਿਲਦੀ ਹੈ। ਤੁਸੀਂ ਉਹ ਧਰਤੀ ਨੂੰ ਕਿਉਂ ਛੱਡ ਦਿੱਤਾ ਕਬੀਰ ਜੀ, ਤੈਨੂੰ ਮੁਕਤੀ ਨਹੀਂ ਚਾਹੀਦੀ? ਤਾਂ ਉੱਥੇ ਫਿਰ ਕਬੀਰ ਸਾਹਿਬ ਨੇ ਪਰਮਾਤਮਾ ਜੀ ਦੇ ਸਨਮੁਖ ਹੋ ਕੇ ਆਪਣੀ ਸੁਰਤ ਜੋੜ ਕਰਕੇ ਇਹ ਪਾਵਨ ਸ਼ਬਦ ਪਰਮਾਤਮਾ ਦੇ ਸਨਮੁਖ ਉਚਾਰਨ ਕੀਤਾ ਹੈ ਕਿ ਪਰਮੇਸ਼ਰ ਵਾਹਿਗੁਰੂ ਤੇਰੇ ਵਾਸਤੇ ਸਾਰੀਆਂ ਧਰਤੀਆਂ ਇੱਕੋ ਹਨ। ਜਿੱਥੇ ਮਰਜੀ ਰੱਬ ਦਾ ਪਿਆਰਾ ਬੈਠ ਕਰਕੇ ਬੰਦਗੀ ਕਰੇ, ਚਾਹੇ ਕਾਸ਼ੀ ਵਿੱਚ ਬੈਠਾ ਉਹਨੇ ਮੁਕਤ ਹੋ ਹੀ ਜਾਣਾ, ਤੇ ਚਾਹੇ ਸਾਧ ਸੰਗਤ ਜੀ ਉਹ ਹੜੰਬੇ ਦੀ ਮਗਹਰ ਦੀ ਧਰਤੀ ਤੇ ਬੈਠਾ ਹੋਵੇ, ਨਾਮ ਦੀ ਕਮਾਈ ਦੇ ਸਦਕਾ ਮੁਕਤੀ ਆ ਕੇ ਉੱਥੇ ਉਹਨੂੰ ਮਿਲ ਹੀ ਜਾਣੀ ਹੈ। ਪਰਮਾਤਮਾ ਦੇ ਸਨਮੁਖ ਹੋ ਕੇ ਬੇਨਤੀ ਕਰਦੇ, ਤੂੰ ਮੇਰੋ ਮੇਰ ਪਰਬਤ ਸੁਆਮੀ। ਹੇ ਸੁਆਮੀ, ਸਰਬ ਜੀਆਂ ਦੇ ਮਾਲਕ ਪਰਮਾਤਮਾ ਵਾਹਿਗੁਰੂ, ਤੇ ਤੁਸੀਂ ਮੇਰੇ ਮੇਰ ਦਾ ਅਰਥ ਹੈ ਸੁਮੇਰ।
ਤੇ ਜਿਸ ਨੂੰ ਪਹਾੜ ਕਿਹਾ ਜਾਂਦਾ, ਜਿਸ ਦੇ ਉੱਤੇ ਸਿੱਧਨਾਥ ਜਿਹੜੇ ਸੂਖਮ ਸਰੀਰਾਂ ਦੇ ਨਾਲ ਬੈਠੇ ਸੀ, ਜਿਹੜੇ ਸਮੇਰ ਪਰਬਤ ਤੇ ਗੁਰੂ ਨਾਨਕ ਸਾਹਿਬ ਜੀ 5 ਤੱਤਾਂ ਦੀ ਦੇਹੀ ਲੈ ਕੇ ਆਪ ਭਾਈ ਬਾਲੇ ਤੇ ਮਰਦਾਨੇ ਸਮੇਤ ਗਏ ਨੇ। 3 ਸਰੀਰਾਂ ਦੇ ਸਮੇਤ ਸਤਿਗੁਰੂ ਸਮੇਰ ਪਰਬਤ ਤੇ ਪਹੁੰਚਦੇ ਨੇ। ਇਹ ਜੋਗੀ ਉੱਥੇ ਸੂਖਮ ਸਰੀਰਾਂ ਦੇ ਦੁਆਰਾ ਗਏ ਸਨ। ਉਹ ਸਮੇਰ ਪਰਬਤ ਇੰਨਾ ਉੱਚਾ ਤੇ ਨਿਰਹਲ ਹੈ ਜਿਹੜਾ ਕਦੇ ਹਿੱਲਦਾ ਨਹੀਂ, ਡਿੱਗਦਾ ਨਹੀਂ ਹੈ। ਕਬੀਰ ਸਾਹਿਬ ਜੀ ਕਹਿੰਦੇ, ਹੇ ਦੁਨੀਆ ਦੇ ਮਾਲਕ ਪਰਮਾਤਮਾ ਵਾਹਿਗੁਰੂ, ਤੁਹਾਡਾ ਆਸਰਾ ਮੈਨੂੰ ਸਮੇਰ ਪਰਬਤ ਵਰਗਾ ਹੈ। ਉਹ ਵੀ ਕਦੇ ਡਿੱਗਦਾ ਨਹੀਂ, ਟੁੱਟਦਾ ਨਹੀਂ ਹੈ। ਇਸੇ ਪ੍ਰਕਾਰ ਆਪ ਜੀ ਦਾ ਆਸਰਾ ਮੈਂ ਸਮੇਰ ਪਰਬਤ ਦੀ ਨਿਆਈ ਨਿਰਹਲ ਤੱਕਿਆ ਹੈ। ਓਟ ਗਹੀ ਮੈਂ ਤੇਰੀ। ਓਟ ਦਾ ਅਰਥ ਜਿਹੜੀ ਟੇਕ ਹੈ, ਮਹਾਰਾਜ ਪਰਮਾਤਮਾ ਜੀ ਆਪ ਜੀ ਦੀ ਮੈਂ ਟੇਕ ਲੈਣਾ ਕੀਤੀ ਹੈ, ਮਨ ਕਰਕੇ ਵੀ ਤੇ ਤਨ ਕਰਕੇ ਵੀ ਤੁਹਾਡਾ ਸਹਾਰਾ ਹੈ। ਨਾ ਤੁਮ ਡੋਲੋ ਨਾ ਹਮ ਗਿਰਤੇ। ਇਹ ਅਕਾਲ ਪੁਰਖ ਪਰਮੇਸ਼ਰ ਜੀ, ਨਾ ਤੇ ਤੁਸੀਂ ਦੇਸ਼ ਕਾਲ ਵਸਤੂ ਇਹਨਾਂ ਚੀਜ਼ਾਂ ਕਰਕੇ ਕਦੇ ਡੋਲਣ ਵਾਲੇ ਹੋ। ਤੁਹਾਡੇ ਉੱਪਰ ਦੇਸ਼ ਉਹ ਇਲਾਕਾ ਨਹੀਂ ਆਉਂਦਾ ਜਿੱਥੇ ਕਿਸੇ ਜੀਵ ਦਾ ਅੰਤ ਹੋਣਾ ਹੋਵੇ। ਇਹ ਦੇਸ਼ ਦਾ ਜਿਹੜਾ ਪ੍ਰਭਾਵ ਤੁਹਾਡੇ ਤੇ ਨਹੀਂ ਪੈਂਦਾ ਹੈ। ਕਾਲ ਸਮਾਂ ਜਿਹੜਾ ਹੈ ਉਹ ਵੀ ਤੁਹਾਡੇ ਤੇ ਪ੍ਰਭਾਵ ਨਹੀਂ ਪਾਉਂਦਾ। ਵਸਤੂ ਦਾ ਪ੍ਰਭਾਵ ਤੁਹਾਡੇ ਤੇ ਨਹੀਂ ਆ ਕਰਕੇ ਪੈਂਦਾ ਹੈ। ਇਸ ਕਰਕੇ ਤੁਸੀਂ ਤਿੰਨਾਂ ਤੋਂ ਰਹਿਤ ਹੋਣ ਕਰਕੇ ਨਾ ਡੋਲਣ ਵਾਲੇ ਹੋ। ਨਾ ਤੁਮ ਡੋਲੋ, ਨਾ ਤੁਸੀਂ ਡੋਲਦੇ ਹੋ, ਨਾ ਹਮ ਗਿਰਤੇ। ਤੇ ਸਾਨੂੰ ਜਿਹੜੀ ਤੁਸਾਂ ਨੇ ਕੇਵਲ ਮੋਕਸ਼ਤਾ ਦਾ ਆਨੰਦ ਦੇ ਦਿੱਤਾ। ਆਸਰਾ ਤੁਹਾਡਾ ਮਜ਼ਬੂਤ ਹੋਣ ਕਰਕੇ, ਪਹਾੜ ਵਰਗਾ ਆਸਰਾ ਹੋਣ ਕਰਕੇ ਮੈਂ ਵੀ ਕੇਵਲ ਮੋਕਸ਼ਤਾ ਦੀ ਇਸ ਪਦਵੀ ਤੋਂ ਕਦੇ ਡਿੱਗਣਾ ਨਹੀਂ ਕਰਾਂਗਾ, ਕਦੇ ਗਿਰਨਾ ਨਹੀਂ ਕਰਾਂਗਾ। ਰੱਖ ਲੀਨੀ ਹਰ ਮੇਰੀ। ਮੇਰੀ ਜਿਹੜੀ ਪਤ ਆਬਰੂ ਹੈ ਪਰਮੇਸ਼ਰ ਵਾਹਿਗੁਰੂ ਆਪ ਜੀ ਨੇ ਰੱਖਣਾ ਕੀਤੀ ਹੈ। ਮੇਰੀ ਰਾਖੀ ਆਪ ਨੇ ਕੀਤੀ। ਚਾਹੇ ਕਾਸ਼ੀ ਵਿੱਚ ਰਿਹਾ ਉੱਥੇ ਵੀ ਤੁਸਾਂ ਨੇ ਰੱਖਿਆ। ਅੱਜ ਮਗਹਰ ਦੀ ਧਰਤੀ, ਹੜੰਬੇ ਦੀ ਧਰਤੀ ਤੇ ਆ ਗਿਆ, ਇੱਥੇ ਵੀ ਤੁਸੀਂ ਮੇਰੀ ਰਾਖੀ ਕਰਨ ਵਾਲੇ ਹੋ। ਆਬ ਤਬ ਜਬ ਕਬ ਤੋਹੀ ਤੋਹੀ। ਆਬ ਦਾ ਅਰਥ ਹੈ ਅੱਜ ਜਿਹੜਾ ਮੌਜੂਦਾ ਸਮਾਂ ਵਰਤਮਾਨ ਚੱਲਦਾ ਹੈ, ਤੇ ਤਬ ਦਾ ਅਰਥ ਤਦੋਂ ਜਿਹੜਾ ਪਿੱਛੇ ਭੂਤ ਕਾਲ ਲੰਘ ਚੁੱਕਿਆ ਹੈ ਉਸ ਵਿੱਚ, ਤੇ ਜਬ ਦਾ ਅਰਥ ਜਦੋਂ ਆਵੇਗਾ ਸਮਾਂ, ਆਉਣ ਵਾਲਾ ਜਿਹੜਾ ਭਵਿੱਖਤ ਸਮਾਂ ਹੋਣਾ। ਤੇ ਕਬ ਦਾ ਅਰਥ ਹੈ ਕੋਈ ਵੀ ਕਦੇ ਵੀ ਕੋਈ ਸਮਾਂ ਆਵੇ, ਸਮੇਂ ਦੀਆਂ ਤਬਦੀਲੀਆਂ ਆਉਣ, ਤੂੰ ਹੀ। ਮੈਨੂੰ ਤੇ ਮਹਾਰਾਜ ਸਾਰਿਆਂ ਸਮਿਆਂ ਵਿੱਚ ਤੁਹਾਡਾ ਹੀ ਆਸਰਾ ਹੈ। ਪਿਛਲੇ ਸਮੇਂ ਵਿੱਚ ਵੀ, ਕਾਸ਼ੀ ਦੇ ਵਿੱਚ ਵੀ ਤੁਹਾਡਾ ਆਸਰਾ ਸੀ। ਅੱਜ ਮਗਹਰ ਦੀ ਧਰਤੀ ਤੇ ਬਿਠਾ ਲਿਆ ਕੇ ਇੱਥੇ ਵੀ ਤੁਹਾਡਾ ਆਸਰਾ। ਕੱਲ ਨੂੰ ਹੋਰ ਧਰਤੀ ਤੇ ਲੈ ਜਾਵਾਂ, ਉੱਥੇ ਵੀ ਤੁਹਾਡਾ ਹੀ ਆਸਰਾ ਹੋਣਾ। ਮਾਤਾ ਦੇ ਉਦਰ ਵਿੱਚ ਵੀ ਤੁਹਾਡਾ ਆਸਰਾ ਸੀ, ਮਾਤ ਲੋਕ ਵਿੱਚ ਵੀ ਤੁਹਾਡਾ ਆਸਰਾ। ਜਦੋਂ ਪਰਲੋਕ ਵਿੱਚ ਜਾਣਾ ਤੇ ਉੱਥੇ ਵੀ ਤੁਹਾਡਾ ਆਸਰਾ। ਕਿਸੇ ਜੂਨਾਂ ਦੇ ਅੰਦਰ ਵੀ ਭੇਜ ਦਿਓਗੇ ਤਾਂ ਵੀ ਮਹਾਰਾਜ ਤੁਹਾਡਾ ਹੀ ਆਸਰਾ ਹੋਣਾ। ਜਦੋਂ ਕਦੋਂ ਜਿੱਧਰ ਵੀ ਨਜ਼ਰ ਮਾਰੀਏ ਤੁਹਾਡਾ ਹੀ ਮੈਂ ਆਸਰਾ ਤੱਕਿਆ ਹੋਇਆ, ਤੁਹਾਡਾ ਸੇਵਕ ਹਾਂ। ਹਮ ਤੋ ਪ੍ਰਸਾਦ ਸੁਖੀ ਸਾਧਹੀ। ਇਹ ਅਕਾਲ ਪੁਰਖ ਪਰਮਾਤਮਾ ਜੀ, ਮੈਂ ਦਾਸ ਤਾਂ। ਤੋ ਪ੍ਰਸਾਦ ਦਾ ਅਰਥ ਤੁਹਾਡੀ ਪ੍ਰਸਾਦ ਕਿਰਪਾ ਦੇ ਨਾਲ ਸੁਖੀ ਸਾਧਹੀ, ਹਮੇਸ਼ਾ ਵਾਸਤੇ ਮੈਂ ਸੁਖੀ ਹਾਂ। ਮੈਨੂੰ ਕੋਈ ਦੁੱਖ ਮਹਿਸੂਸ ਨਹੀਂ ਹੁੰਦਾ ਹੈ। ਰਹਾਉ। ਵਿਸਰਾਮ ਦੇ ਕਰਕੇ ਕਬੀਰ ਭਗਤ ਸਾਹਿਬ ਜੀ ਉਚਾਰਨ ਕਰਦੇ ਹਨ, ਤੋਰੇ ਭਰੋਸੇ ਮਗਹਰ ਬਸਿਓ। ਇਹ ਜਿਹੜੀ ਮਗਹਰ ਦੀ ਹੜੰਬੇ ਦੀ ਜਿਹੜੀ ਧਰਤੀ ਹੈ ਸਾਧ ਸੰਗਤ ਜੀ, ਇੱਥੇ ਆ ਕਰਕੇ ਮੇਰਾ ਜਿਹੜਾ ਵਸਣਾ ਹੋਇਆ। ਪਰਮਾਤਮਾ ਤੇਰੇ ਭਰੋਸੇ ਹਾਂ, ਤੇਰੇ ਆਸਰੇ ਕਰਕੇ ਆ ਕੇ ਬੈਠ ਗਿਆ। ਮੇਰੇ ਤਨ ਕੀ ਤਪਤ ਬੁਝਾਈ। ਮੇਰੇ ਤਨ ਦੇ ਅੰਦਰ ਜਿਹੜੀ ਐਸੀ ਤਪਤ ਸੀ ਬਹੁਤ ਜ਼ਿਆਦਾ ਬਣੀ ਹੋਈ ਵਿਛੋੜੇ ਦੀ, ਉਹ ਬੁਝਾਈ ਤੁਸਾਂ ਨੇ ਬੁਝਾ ਦਿੱਤੀ ਹੈ। ਕਿਉਂਕਿ ਕਬੀਰ ਸਾਹਿਬ ਨੂੰ ਕਾਸ਼ੀ ਵਿੱਚ ਵੀ ਪਰਮਾਤਮਾ ਦਾ ਮਿਲਾਪ ਹੋ ਚੁੱਕਿਆ ਸੀ। ਮਗਹਰ ਦੀ ਧਰਤੀ ਤੇ ਵੀ ਪਰਮਾਤਮਾ ਨੇ ਆ ਕੇ ਦਰਸ਼ਨ ਦਿੱਤੇ, ਸਾਹਮਣੇ ਸਰੂਪ ਪ੍ਰਗਟ ਕਰ ਲਿਆ ਸੀ ਕਬੀਰ ਜੀ ਨੇ।
ਤੇ ਇਸ ਲਈ ਕਹਿ ਰਹੇ ਨੇ ਕਿ ਮੇਰੀ ਜਿਹੜੀ ਸਰੀਰ ਦੀ ਤਾਕਤ ਸੀ ਵਿਛੋੜੇ ਦੀ, ਮੈਨੂੰ ਸਾੜਦੀ ਸੀ ਅੰਦਰੋਂ, ਅੱਜ ਉਹ ਤੁਸਾਂ ਨੇ ਬੁਝਾ ਦਿੱਤੀ ਹੈ, ਖਤਮ ਕਰ ਦਿੱਤੀ। ਪਹਿਲੇ ਦਰਸ਼ਨ ਮਗਹਰ ਪਾਇਓ। ਜਦੋਂ ਪਹਿਲਾਂ ਵਾਰੀ ਮੈਂ ਆ ਕੇ ਮਗਹਰ ਦੀ ਧਰਤੀ ਤੇ ਬੈਠਣਾ ਕੀਤਾ, ਹੜੰਬੇ ਦੀ ਧਰਤੀ ਤੇ ਆਇਆ ਸੀ, ਉਦੋਂ ਵੀ ਤੁਹਾਡੇ ਦਰਸ਼ਨ ਪਾ ਲਏ ਸਨ। ਤੇ ਉਸ ਤੋਂ ਬਾਅਦ ਕਾਸ਼ੀ ਦੀ ਧਰਤੀ ਤੇ ਗਿਆ, ਉੱਥੇ ਵੀ ਦਰਸ਼ਨ ਹੋਏ। ਅੱਜ ਫਿਰ ਆਪ ਨੇ ਧਰਤੀ ਹੜੰਬੇ ਵਿੱਚ ਲਿਆ ਕੇ ਮੈਨੂੰ ਬਿਠਾ ਦਿੱਤਾ ਤੇ ਅੱਜ ਫਿਰ ਮੈਂ ਤੇਰੇ ਦਰਸ਼ਨ ਕਰੀ ਜਾਨਾ। ਪਹਿਲੇ ਦਰਸ਼ਨ ਮਗਹਰ ਪਾਇਓ। ਪਹਿਲੀ ਵਾਰ ਜਦੋਂ ਇਸ ਧਰਤੀ ਤੇ ਆਇਆ ਸੀ, ਤੇਰੇ ਸਰੂਪ ਨੂੰ ਉਸ ਵੇਲੇ ਮੈਂ ਅਨੁਭਵ ਕਰ ਲਿਆ ਸੀ, ਸਾਰਿਆਂ ਵਿੱਚ ਤੇਰਾ ਰੂਪ ਮੈਂ ਤੱਕ ਲਿਆ ਸੀ। ਹੁਣ ਕਾਸ਼ੀ ਬਸੇ ਆਈ। ਫੇਰ ਮੁੜ ਕਰਕੇ ਮੈਂ ਕਾਸ਼ੀ ਬਨਾਰਸ ਦੀ ਧਰਤੀ ਚਲਿਆ ਗਿਆ, ਉੱਥੇ ਵੀ ਤੁਹਾਡਾ ਹੀ ਸਰੂਪ ਤੱਕਦਾ ਰਿਹਾ। ਹੁਣ ਮੁੜ ਕੇ ਫੇਰ ਇੱਥੇ ਆ ਗਿਆ ਹਾਂ। ਇਸ ਲਈ ਇੱਥੇ ਮਹਾਰਾਜ ਜਿੱਥੇ ਵੀ ਜਾਵਾਂ, ਜਲੇ ਹਰੀ, ਥਲੇ ਹਰੀ, ਜਮੀ ਹਰੀ, ਜਮਾ ਹਰੀ, ਮਕੀ ਹਰੀ, ਮਕਾਂ ਹਰੀ, ਕਿਹੜੀ ਜਗ੍ਹਾ ਜਿੱਥੇ ਪਰਮਾਤਮਾ ਦੀ ਜੋਤ ਨਹੀਂ ਹੈ। ਜਤਰ ਜਤਰ ਮਨੋ ਜਾਤੀ, ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਜਿੱਧਰ ਜਿੱਧਰ ਮਨ ਦੀ ਵਿਰਤੀ ਜਾਂਦੀ ਗੁਰਮੁਖਾਂ ਦੀ, ਉਧਰ ਬ੍ਰਹਮ ਪਰਮਾਤਮਾ ਹੀ ਦਿਸਦਾ ਹੈ। ਇਸ ਲਈ ਸਾਰੀ ਜਗ੍ਹਾ ਤੇ ਪਰਮਾਤਮਾ ਤੇਰਾ ਨਿਵਾਸਾ ਹੋ ਰਿਹਾ। ਜੈਸਾ ਮਗਹਰ ਤੈਸੀ ਕਾਸ਼ੀ। ਜਿਸ ਤਰ੍ਹਾਂ ਦਾ ਇਹ ਮਗਹਰ ਦਾ ਇਲਾਕਾ ਹੜੰਬੇ ਦੀ ਧਰਤੀ ਤੁਸਾਂ ਨੇ ਬਣਾਈ, ਉਸੇ ਤਰ੍ਹਾਂ ਦੀ ਮੈਨੂੰ ਕਾਸ਼ੀ ਦਿਸਦੀ, ਬਨਾਰਸ ਦੀ ਧਰਤੀ ਦਿਸਦੀ ਹੈ। ਹਮ ਏਕੈ ਕਰ ਜਾਨੀ। ਕਬੀਰ ਭਗਤ ਜੀ ਕਹਿੰਦੇ, ਪਰਮਾਤਮਾ ਜੀ ਮੇਰੇ ਮਨ ਦੇ ਅੰਦਰ ਦਵੈਤ ਪੁਣਾ ਨਹੀਂ, ਮੈਂ ਤੇ ਇੱਕੋ ਹੀ ਕਰਕੇ ਮੰਨਦਾ, ਜਿੱਥੇ ਮਰਜੀ ਬਿਠਾ ਲੈ ਹੁਕਮ ਦੇ ਵਿੱਚ। ਹਮ ਨਿਰਧਨ ਜਿਉ ਇਹੋ ਧਨ ਪਾਇਆ। ਮੈਂ ਤਾਂ ਇਹ ਜਿਹੜਾ ਨਿਰਧਨ ਸੀ, ਸਰੂਪ ਰੂਪੀ ਧਨ ਤੋਂ ਸਖਣਾ ਸੀ, ਸੇਵਾ ਸਿਮਰਨ ਭਾਉ ਭਗਤੀ ਤੋਂ ਸਖਣਾ ਹੋਣ ਕਰਕੇ ਨਿਰਧਨ ਕੰਗਾਲ ਸੀ। ਜਿਉਂ ਇਹੋ ਧਨ ਪਾਇਆ, ਤੇ ਜਦੋਂ ਦਾ ਮੈਂ ਨਾਮ ਰੂਪੀ ਧਨ, ਭਗਤੀ ਦਾ ਧਨ ਪਾ ਲਿਆ, ਪ੍ਰਾਪਤ ਕਰ ਲਿਆ। ਮਰਤੇ ਫੂਟ ਗੁਮਾਨੀ। ਜਿਹੜੇ ਗੁਮਾਨੀ ਇਹ ਹੰਕਾਰੀ ਪੰਡਤ ਬ੍ਰਾਹਮਣ ਸਨ, ਜਿਹੜੇ ਈਰਖਾ ਕਰਦੇ ਸੀ ਕਾਸ਼ੀ ਦੇ ਰਹਿਣ ਵਾਲੇ, ਉਹ ਤੇਰੇ ਨਾਮ ਰੂਪੀ ਧਨ ਨੂੰ ਵੇਖ ਕਰਕੇ ਫੁੱਟ ਫੁੱਟ ਕੇ ਮਰਦੇ ਸਨ। ਵੀ ਕਬੀਰ ਜਿਹੜਾ ਹੈ, ਦੇਖੋ ਕਿਵੇਂ ਪੂਜਾ ਕਰਵਾਈ ਜਾਂਦਾ, ਕਿਵੇਂ ਲੋਕ ਇਹਦੀ ਮਨੌਤ ਕਰਦੇ ਨੇ, ਇਹਦੇ ਬੋਲ ਸੱਚੇ ਹੋਈ ਜਾਂਦੇ, ਜੋ ਕਹਿੰਦਾ ਹੈ ਬਚਨ ਇਹਦੇ ਮਿਟਦੇ ਨਹੀਂ ਹਨ। ਉਹ ਹੰਕਾਰੀ ਪੰਡਤ ਜਿਹੜੇ ਸੀ, ਈਰਖਾ ਦੇ ਅੰਦਰ ਫੁੱਟ ਫੁੱਟ ਕਰਕੇ ਉਹ ਮਰਦੇ ਸਨ। ਕਰੈ ਗੁਮਾਨ ਚੁਬਹਿ ਤਿਸ ਸੂਲਾ। ਜਿਹੜਾ ਗੁਮਾਨ ਉਹ ਹੰਕਾਰ ਕਰਦੇ ਸੀ, ਹੰਕਾਰ ਦੀਆਂ ਜਿਹੜੀਆਂ ਸੂਲਾਂ ਸੀ, ਉਹਨਾਂ ਬ੍ਰਾਹਮਣਾਂ ਹੰਕਾਰੀ ਪੰਡਤਾਂ ਦੇ ਆਟੋਮੈਟਿਕ ਹੀ ਚੁਭੀ ਜਾਂਦੀਆਂ ਸਨ। ਕੋ ਕਾਢਨ ਕਉ ਨਾਹੀ। ਤੇ ਕੋਈ ਵੀ ਉਹਨਾਂ ਦੀ ਈਰਖਾ ਰੂਪੀ ਸੂਲ ਨੂੰ ਕੱਢਣ ਵਾਲਾ ਨਹੀਂ ਹੈ। ਗੁਰੂ ਸਾਹਿਬ ਕੱਢ ਸਕਦੇ ਨੇ, ਕਿਸੇ ਦੇ ਮਨ ਵਿੱਚੋਂ ਈਰਖਾ ਜੇ ਵਸ ਜਾਵੇ ਤੇ ਜਾਂ ਪਰਮਾਤਮਾ ਕਿਰਪਾ ਕਰੇ, ਫੇਰ ਬੰਦੇ ਦੀ ਈਰਖਾ ਨਿਕਲਦੀ ਹੈ। ਨਹੀਂ ਤੇ ਸਦੀਵ ਕਾਲ ਵਾਸਤੇ ਪੀੜ੍ਹੀਆਂ ਤੋਂ ਪੀੜ੍ਹੀਆਂ ਈਰਖਾ ਤੁਰੀ ਜਾਂਦੀ ਹੈ। ਇਹ ਜਿਹੜੀ ਬ੍ਰਾਹਮਣਾਂ ਦੇ ਅੰਦਰ ਈਰਖਾ ਭਰ ਗਈ ਸੀ, ਬਨਾਰਸ ਕਾਸ਼ੀ ਵਾਲਿਆਂ ਦੇ, ਤੇ ਉਹ ਕੱਢਣ ਵਾਲਾ ਗੁਰੂ ਤੋਂ ਬਿਨਾਂ ਕੋਈ ਨਹੀਂ ਹੈ। ਗੁਰੂ ਕੱਢ ਸਕਦੇ ਨੇ, ਬ੍ਰਾਹਮਣ ਗੁਰੂ ਕੋਲ ਜਾਂਦੇ ਹੀ ਨਹੀਂ ਹਨ। ਨਾਮ ਜਪਦੇ ਨਹੀਂ, ਕਮਾਈ ਕਰਦੇ ਨਹੀਂ, ਕਰਮ ਕਾਂਡ ਕਰੀ ਜਾਂਦੇ ਲੋਕਾਂ ਨੂੰ ਲੁੱਟਣ ਵਾਸਤੇ। ਇਸ ਲਈ ਕੋਈ ਵੀ ਗੁਰੂ ਤੋਂ ਬਿਨਾਂ ਈਰਖਾ ਦੀ ਸੂਲ ਉਹਨਾਂ ਦੀ ਕੱਢਣ ਵਾਲਾ ਨਹੀਂ ਹੈ। ਅਜੈ ਸੋ ਚੋਬ ਕਉ ਬਿਲਲ ਬਿਲਾਤੇ। ਹਜੇ ਤੱਕ ਉਹਨਾਂ ਦੀ ਜਿਹੜੀ ਐਸੀ ਈਰਖਾ ਦੀ ਸੂਲ ਚੁੱਭਦੀ ਹੈ ਉਹਨਾਂ ਦੇ ਅੰਦਰ, ਉਹ ਬਿਲਾਤੇ ਦਾ ਅਰਥ ਬਿਰਲਾਪ ਕਰਦੇ ਨੇ। ਕਿਵੇਂ ਬਰਲਾਪ ਕਰਦੇ? ਬਿਲਲ ਦਾ ਅਰਥ ਜਿਵੇਂ ਬਲਲਾ ਬੱਚਾ ਹੁੰਦਾ, ਉਹ ਆ ਕਰਕੇ ਰੋਈ ਜਾਵੇ, ਚੁੱਪੀ ਨਾ ਕਰੇ, ਉਹਨੂੰ ਬਲਲਾ ਬੱਚਾ ਕਹਿੰਦੇ ਨੇ। ਮਾਂ ਦੂਰ ਚਲੀ ਜਾਵੇ, ਭੁੱਖ ਲੱਗੀ ਹੋਵੇ, ਇੱਕ ਰਾਸੀ ਰੋਈ ਜਾਵੇ। ਤੇ ਇਸ ਲਈ ਸਾਧ ਸੰਗਤ ਇਹ ਜਿਹੜੇ ਬ੍ਰਾਹਮਣ ਹਨ, ਈਰਖਾ ਦੀ ਸੂਲ ਇਹਨਾਂ ਦੀ ਚੁੱਭਦੀ ਹੈ। ਇਹ ਵੀ ਇੱਕ ਰਸ ਜਿਹੜੀ ਸਾਡੇ ਨਾਲ ਬਰਲਾਪ ਕਰਦੇ ਨੇ, ਬਲਲੇ ਬੱਚਿਆਂ ਦੀ ਨਿਆਈ ਈਰਖਾ ਕਰੀ ਜਾਂਦੇ, ਰੋਈ ਜਾਂਦੇ ਨੇ। ਨਰਕੇ ਘੋਰ ਪਚਾਹੀ। ਫਿਰ ਅੰਤਲੇ ਸਮੇਂ ਇਹੋ ਜਿਹੇ ਜੀਵਾਂ ਨੂੰ ਪਰਮੇਸ਼ਰ ਘੋਰ ਨਰਕ ਦੇ ਅੰਦਰ ਪਹੁੰਚਣੇ ਕਰਦਾ, ਕਿਉਂਕਿ ਜਿਹੜੀ ਈਰਖਾ ਹੈ ਇਹ ਜੀਵ ਨੂੰ ਕੁੰਭੀ ਨਰਕ ਦੇ ਵਿੱਚ ਜਾ ਕੇ ਸੁਟਵਾ ਦਿੰਦੀ ਹੈ। ਕਵਨ ਨਰਕ ਕਿਆ ਸੁਰਗ ਵਿਚਾਰਾ। ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਨਰਕ ਹੈ ਇਹ ਮਾੜੇ ਕਰਮਾਂ ਕਰਕੇ, ਕਵਨ ਇਹ ਵੀ
ਵੀ ਕੀ ਹੈ, ਸੁਰਗ ਜਿਹੜਾ ਚੰਗੇ ਕਰਮਾਂ ਕਰਕੇ ਮਿਲਣਾ ਇਹ ਵੀ ਕੀ ਹੈ। ਸੰਤਨ ਦੋ ਰਾਦੇ ਵਿਚਾਰਵਾਨ ਜਿਹੜੇ ਸੰਤ ਨੇ ਗੁਰੂ ਦੇ ਪਿਆਰੇ, ਉਹਨਾਂ ਨੇ ਦੋਵਾਂ ਨੂੰ ਰੱਦ ਕਰ ਦਿੱਤਾ। ਕਹਿੰਦੇ ਨਾ ਸਾਨੂੰ ਨਰਕ ਚਾਹੀਦੇ ਨਾ ਸੁਰਗ ਚਾਹੀਦੇ, ਅਸੀਂ ਤੇ ਪਰਮਾਤਮਾ ਦੇ ਪਰਮੇਸ਼ਰ ਦੇ ਚਰਨਾਂ ਦੀ ਮੌਜ ਲੈਣੀ ਹੈ। ਹਮ ਕਾਹੂ ਕੀ ਕਾਣ ਨਾ ਕੱਢਤੇ ਅਸੀਂ ਕਿਸੇ ਦੀ ਜਿਹੜੀ ਕਾਨ ਕਨੌੜ ਉਹ ਨਹੀਂ ਕੱਢਦੇ, ਭਾਵ ਕਿਸੇ ਦੀ ਮੁਥਾਜੀ ਨਹੀਂ ਕਰਦੇ ਹਾਂ। ਆਪਣੇ ਗੁਰ ਪ੍ਰਸਾਦੇ ਆਪਣੇ ਗੁਰੂ ਦੀ ਪ੍ਰਸਾਦੇ ਜਿਹੜੀ ਕਿਰਪਾ ਸਾਨੂੰ ਪ੍ਰਾਪਤ ਹੋ ਗਈ, ਗੁਰੂ ਦੀ ਕਿਰਪਾ ਨਾਲ ਕਿਸੇ ਦੀ ਮੁਥਾਜੀ ਨਹੀਂ ਕਰੀਦੀ। ਅਬ ਤਉ ਜਾਏ ਚੜੇ ਸਿੰਘਾਸਨ ਕਬੀਰ ਸਾਹਿਬ ਜੀ ਕਹਿੰਦੇ ਹੁਣ ਤੇ ਭਾਈ ਐਸਾ ਜਿਹੜਾ ਤੁਰਿਆ ਪਦ ਦਾ ਐਸਾ ਸਿੰਘਾਸਣ ਹੈ, ਉਸ ਦੇ ਉੱਪਰ ਜਾ ਕਰਕੇ ਸੁਰਤ ਦੇ ਦੁਆਰਾ ਚੜ ਜਾਣਾ ਕੀਤੇ ਹਾਂ। ਮਿਲੇ ਹੈ ਸਾਰੰਗ ਪਾਨੀ ਜਿਸ ਪਰਮਾਤਮਾ ਜੀ ਦੇ ਪਾਨੀ ਹੱਥ ਦੇ ਅੰਦਰ ਸਾਰੰਗ ਪਕੜਿਆ ਹੋਇਆ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਉਸ ਪਰਮਾਤਮਾ ਨੂੰ ਜਾ ਕੇ ਸੁਰਤ ਦੇ ਨਾਲ ਮਿਲ ਗਏ। ਰਾਮ ਕਬੀਰਾ ਏਕ ਭਏ ਹੈ ਅੱਜ ਮੇਰਾ ਰਾਮ ਪਰਮਾਤਮਾ ਤੇ ਮੈਂ ਉਹਦਾ ਕਬੀਰ ਜਿਹੜਾ ਦਾਸ ਸੀ, ਸੇਵਕ ਸੀ, ਅੰਦਰੋਂ ਇੱਕ ਹੋ ਗਏ। ਆਤਮਾ ਪ੍ਰਾਤਮਾ ਏਕੋ ਸਾਡੀ ਹੋ ਚੁੱਕੀ ਹੈ। ਕੋਈ ਨਾ ਸਕੈ ਪਛਾਨੀ ਹੁਣ ਸਾਡੇ ਸਰੂਪ ਨੂੰ ਵੱਖਰਾ ਕਰਕੇ ਕੋਈ ਪਛਾਣ ਨਹੀਂ ਸਕੇਗਾ ਵੀ ਇਹ ਕਬੀਰ ਹੈ, ਆ ਪਰਮਾਤਮਾ ਹੈ। ਏਡੀ ਕਿਰਪਾ ਕਰ ਦਿੱਤੀ ਪਰਮਾਤਮਾ ਨੇ, ਆਪਣੇ ਚਰਨਾਂ ਵਿੱਚ ਲੀਨ ਕਰਕੇ ਗੁਰੂ ਦੀ ਕਿਰਪਾ ਦੁਆਰਾ ਆਪਣਾ ਰੂਪ ਹੀ ਸਾਨੂੰ ਕਰ ਲਿਆ ਹੈ। ਇਹ ਕਬੀਰ ਸਾਹਿਬ ਜੀ ਨੇ ਉਸ ਵੇਲੇ ਮਗਹਰ ਦੀ ਧਰਤੀ ਦੇ ਉੱਤੇ ਪਾਵਨ ਸ਼ਬਦ ਉਚਾਰਨ ਕੀਤਾ। ਅੱਜ ਲੜੀਵਾਰ ਕਥਾ ਦੇ ਦੁਆਰਾ ਸਾਨੂੰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ। ਕਿਰਪਾ ਕਰਨ ਸਤਿਗੁਰੂ ਜੀ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤਨਾਂ ਵਿੱਚ ਲੀਨ ਹੋ ਜਾਣ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਗੁਰਬਾਣੀ ਅਗਾਧ ਬੋਧ ਹੈ, ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਣੀ ਜੀ। ਆਓ ਅੰਤਲੀਆਂ ਪੰਗਤੀਆਂ ਪੜ੍ਹ ਕੇ ਇੱਥੇ ਵਿਸਰਾਮ ਦੇਈਏ ਜੀ। ਅਬ ਤਉ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।